श्री वाहिगुरु साहिब जीओ। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। कृपा करहो दीन के दाते, मेरा गुण अब गुण ना विचारो कोई। माटी का क्या धोपै स्वामी, मानस की गत एही। सामत देहो दयाल प्रभ, जित तुम्हें अराधा। नानक मंगै दान प्रभ, रेन पग सादा। सतनाम श्री वाहिगुरु साहिब जीओ। तेरा जोर चाचरी छंद, जले हैं थले हैं, अपीत हैं अपे हैं। जले हैं थले हैं। परम सन्मानयोग गुरु रूप खालसा साध संगत जीओ, सिमर फतेह प्रवान करो जी। वाहिगुरु जी का खालसा, वाहिगुरु जी की फतेह। सतगुरु जी की किरपा सदका नाम रसीए, सेवा सिमरन दे पुंज। महापुरुष सतपुरुष तत बेते, ब्रह्म ਗਿਆਨੀ ਆਪ ਪਰਮੇਸ਼ਰ। ਐਸੇ ਮਹਾਂਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ, ਤਿਨਾਂ ਦੇ ਪਵਿੱਤਰ ਸਥਾਨ ਉੱਤੇ ਗਰੀਬ ਨਵਾਜ ਕਲਯੁਗ ਕੇ ਬੋਹਿਤ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਾਹਿਬੇ ਕਮਾਲ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ, ਗਈ ਬਹੋੜ ਬੰਦੀ ਛੋੜ, ਐਸੀ ਕਿਰਪਾ ਕਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਦੀ ਸ਼੍ਰੀ ਮੁਖਵਾਕ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚਾਰ ਆਪ ਸੰਗਤਾਂ ਮਹਾਂਪੁਰਸ਼ ਕਿਰਪਾ ਕਰਕੇ ਕਰਵਾਉਂਦੇ ਨੇ। ਸਤਿਗੁਰੂ ਜੀ ਦੀ ਰਹਿਮਤ ਸਦਕਾ 61 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। ਪਿਛਲੇ ਦੀਵਾਨ ਦੇ ਵਿੱਚ ਇਹ ਕਥਾ ਇੱਥੋਂ ਤੱਕ ਪਹੁੰਚੀ ਸੀ। ਅਛੇਦੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤਸਤਾਮੰਗ। ਹੁਣ ਇਸ ਤੋਂ ਅੱਗੇ ਜਿਵੇਂ ਦਸਵੇਂ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਵਿਦਵਾਨਾਂ ਨੇ 4 ਚੀਜ਼ਾਂ ਮੰਨੀਆਂ ਨੇ, ਜੇ ਉਹ ਪੂਰੀਆਂ ਵਰਤੀਏ ਤੇ ਫਿਰ ਸੰਤੋਖ ਪ੍ਰਾਪਤ ਹੁੰਦਾ ਹੈ, ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਨਾ ਵਰਤੀਏ ਤੇ ਇੱਕ ਦਿਨ ਬੰਦੇ ਨੂੰ ਫਿਰ ਪਛਤਾਉਣਾ ਪੈਂਦਾ ਹੈ। ਤੁਸੀਂ ਵੱਡੇ ਜਿਹੜੇ ਡਾਕਟਰ ਨੇ ਨਾ, ਵਿਗਿਆਨੀ ਨੇ, ਉਹ ਖੋਜ ਕਰਦੇ ਆ ਵੀ ਜਦੋਂ ਬੰਦਾ ਮਰਦਾ ਵਾ ਜਾਂ ਬਜ਼ੁਰਗ ਹੁੰਦਾ ਵਾ, ਮੌਤ ਦੇ ਨੇੜੇ ਜਾਂਦਾ, ਵੀ ਉਹਦਾ ਸੁਭਾਅ ਵੇਖੀਏ, ਉਹਦੇ ਖਿਆਲ ਵੇਖੀਏ ਕਿੱਦਾਂ ਦੇ। ਜਵਾਨੀ ਤੇ ਚਲੋ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਵੇ, ਨਹੀਂ ਤੇ ਸਾਰੇ ਹੀ ਅੰਨੇ ਹੋਏ ਰਹਿੰਦੇ ਜਵਾਨੀ ਤੇ। ਤਾਂ 90% ਹਰ ਬੰਦਾ ਜਦੋਂ ਬੁੱਢਾ ਹੁੰਦਾ ਹੈ
ਪਛਤਾਉਂਦਾ ਵਾ ਵੀ ਮੇਰੇ ਤੋਂ ਆ ਨਹੀਂ ਹੋ ਸਕਿਆ, ਮੇਰੇ ਤੋਂ ਆ ਨਹੀਂ ਹੋ ਸਕਿਆ, ਮੇਰੇ ਤੋਂ ਆ ਨਹੀਂ ਹੋ ਸਕਿਆ। ਵਿਦਵਾਨਾਂ ਨੇ 4 ਸੱਸੇ ਮੰਨੇ ਨੇ। ਉਹ 4 ਸੱਸੇ ਕਿਹੜੇ ਨੇ? ਸਮਾਂ, ਸਮਰੱਥਾ, ਸੂਝ ਤੇ ਸਮੱਗਰੀ। ਫਿਰ ਬੇਨਤੀ ਕਰਾਂ, ਸਮਾਂ, ਸਮਰੱਥਾ, ਸੂਝ ਤੇ ਸਮੱਗਰੀ। ਅਸੀਂ ਆਪਣਾ ਸਮਾਂ ਵੇਸਟ ਕਰਦੇ ਹਾਂ। ਸਾਡੇ ਤੋਂ ਟਾਈਮ ਬਹੁਤ ਹੁੰਦਾ ਗੱਲਾਂ ਮਾਰਨ ਨੂੰ, ਚੁਟਕਲੇ ਸੁਣਾਉਣ ਨੂੰ, ਇੱਕ ਦੂਜੇ ਤੇ ਤਵਾ ਲਾਉਣ ਨੂੰ। ਕਿੰਨਾ ਟਾਈਮ ਆਪਾਂ ਲੰਘਾ ਦਿੰਦੇ ਹਾਂ। ਪਰ ਜੇ ਇਹੀ ਸਮਾਂ ਰੱਬ ਵੱਲ ਲਾਇਆ ਹੁੰਦਾ ਤੇ ਇਸੇ ਸਮੇਂ 'ਚੋਂ ਕਿੱਡੀ ਵੱਡੀ ਪ੍ਰਾਪਤੀ ਹੋਣੀ ਸੀ। ਤਾਂ ਹਰ ਬੰਦਾ ਕੀ ਕਰਦਾ ਵੀ ਸਮਾਂ ਵੇਸਟ ਕਰਦਾ। ਫਿਰ ਦੂਸਰਾ ਉਹ ਕੀ ਕਰਦਾ ਵਾ? ਸਮਰੱਥਾ। ਸਮਰੱਥਾ ਕਹਿੰਦੇ ਆ ਜੀ ਸਰੀਰ ਦੀ ਤਾਕਤ ਨੂੰ ਵੀ, ਤੇ ਜੋ ਵੀ ਘਰ 'ਚੋਂ ਰੱਬ ਨੇ ਦਿੱਤਾ, ਕਿਸੇ ਦੇ ਅਮੀਰੀ ਕਿਸੇ ਦੇ ਗਰੀਬੀ, ਰੱਬ ਨੇ ਜੋ ਵੀ ਦਿੱਤਾ ਖਾਣ ਨੂੰ, ਪਾਉਣ ਨੂੰ, ਹੰਡਾਉਣ ਨੂੰ, ਉਹਨੂੰ ਵੀ ਖਰਾਬ ਕੀਤਾ। ਜਿਵੇਂ ਬਾਣੀ ਕਹਿੰਦੀ ਨਾ, ਪੇਟ ਭਰੇ ਪਸ਼ੂਆ ਜਿਉਂ ਸੋਇਓ। ਮਾਇਆ ਵੀ ਉਜਾੜੀ, ਬਸਤਰ ਸੋਹਣੇ ਰੱਬ ਨੇ ਪਾਉਣ ਨੂੰ ਦਿੱਤੇ ਸੀ, ਇਹ ਵੀ ਖਰਾਬ ਕੀਤੇ। ਅੰਨ ਖਾਣ ਨੂੰ ਦਿੱਤਾ ਸੀ, ਸਰੀਰ ਚਲਾਉਣ ਨੂੰ ਦਿੱਤਾ ਸੀ, ਖਾ ਕੇ ਸੁੱਤੇ ਰਹੇ। ਤੇ ਤੀਸਰਾ ਕੀ ਆ ਜੀ? ਸੂਝ। ਸਮਝ ਵੀ ਵਿਅਰਥ ਹੀ ਵੇਸਟ ਕੀਤੀ। ਵੈਸੇ ਬੰਦੇ ਨੂੰ ਮਾਣ ਆ ਨਾ ਵੀ ਮੈਨੂੰ ਬੜੀ ਅਕਲ ਆ, ਵੀ ਮੈਂ ਬਹੁਤ ਸਿਆਣਾ ਵਾਂ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਤੇ ਜਪ ਨਹੀਂ ਸਕਿਆ, ਕਿੱਡਾ ਕਿ ਤੂੰ ਸਿਆਣਾ ਹੈ। ਹੁਣ ਹਰੇਕ ਬੰਦੇ ਨੂੰ ਪਤਾ ਵੀ ਮੌਤ ਨੇੜੇ ਆ ਰਹੀ ਹੈ। ਹਰੇਕ ਨੂੰ ਪਤਾ ਵੀ ਸਰੀਰ ਹੌਲੀ ਹੌਲੀ ਖਤਮ ਹੋਣਾ ਹੈ। ਪਰ ਇਹ ਜਿਹੜੀ ਸੂਝ ਸੀ ਸਾਨੂੰ, ਇਹਨੂੰ ਅਸੀਂ ਵਰਤ ਹੀ ਨਹੀਂ ਸਕੇ। ਤਾਂ ਫਿਰ ਸਮਾਂ, ਸਮੱਗਰੀ, ਸੂਝ, ਇਹ ਜਿਹੜੀਆਂ 4 ਚੀਜ਼ਾਂ ਨੇ, ਤੇ ਸਮਰੱਥਾ ਚੌਥੀ, ਉਹ ਕੀ? ਤਾਕਤ। ਜਵਾਨੀ 'ਚ ਬੰਦੇ ਕੋਲੇ ਤਾਕਤ ਹੁੰਦੀ ਆ। ਫਿਰ ਭੁਲੇਖਾ ਨਾ ਰਹਿ ਜੇ, ਕਿਉਂ ਸੱਸੇ ਤੋਂ ਆ ਨਾ, ਕਈ ਵਾਰੀ ਭੁਲੇਖਾ ਪੈ ਜਾਂਦਾ। ਸਮਾਂ, ਸੂਝ, ਸਮੱਗਰੀ, ਮੈਨੇ ਜੋ ਰੱਬ ਨੇ ਦਿੱਤਾ ਘਰ 'ਚ, ਤੇ ਚੌਥੀ ਸਮਰੱਥਾ, ਸਰੀਰਕ ਤਾਕਤ। ਹੁਣ ਜਵਾਨੀ ਵਿੱਚ ਸਰੀਰ 'ਚ ਬਲ ਸੀ, ਉਹ ਸੁੱਤਿਆਂ ਗਵਾਤੀ, ਉਹ ਵਿਕਾਰਾਂ 'ਚ ਗਵਾਤੀ। ਬੁਢੇਪੇ 'ਚ ਭਗਤੀ ਨਹੀਂ ਹੁੰਦੀ। ਬੁਢੇਪੇ 'ਚ ਸਿਰਫ ਸਿਮਰਨ ਹੁੰਦਾ ਵਾ। ਮੈਨੇ ਸਿਮਰਨ, ਮੈਨੇ ਯਾਦ ਮਾਤਰ, ਕਿਉਂ ਸਰੀਰ 'ਚੋਂ ਬਲ ਨਹੀਂ ਰਹਿ ਜਾਂਦਾ ਹੈ। ਜਿਹੜੇ ਪਾਠ, ਪੂਜਾ, ਅਭਿਆਸ, ਸੇਵਾ, ਇਹ ਜਵਾਨੀ 'ਚ ਹੀ ਹੁੰਦੀ ਹੈ। ਜਦੋਂ ਬੰਦਾ ਬਿਰਧ ਹੋ ਜਾਂਦਾ ਨਾ, ਫਿਰ ਹਰੇਕ ਪਾਸੋਂ ਇਹ ਸਾਧਨਾ ਨਹੀਂ ਹੁੰਦੀ। ਤੁਸੀਂ ਕਹੋਗੇ ਵੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕੀਤੀ, ਤੇ ਗੁਰੂ ਅਮਰਦਾਸ ਸਾਹਿਬ ਹਰ ਕੋਈ ਥੋੜ੍ਹੀ ਬਣ ਜਾਣਾ ਹੈ। ਹਰੇਕ ਤੇ ਨਹੀਂ ਬਣ ਚੱਲਿਆ। ਤਾਂ ਇਹ 4 ਚੀਜ਼ਾਂ ਅਸੀਂ ਵੇਸਟ ਕਰਦੇ ਹਾਂ ਜੀ ਆਪਦੀਆਂ। ਸਮਾਂ, ਸੂਝ, ਸਮੱਗਰੀ ਤੇ ਸਮਰੱਥਾ ਵਿਅਰਥ ਗਵਾਉਂਦੇ ਆ। ਇਸ ਕਰਕੇ ਜਦੋਂ ਬੰਦਾ ਸਰੀਰ ਛੱਡਣ ਲੱਗਦਾ ਜਾਂ ਮੰਜੇ ਤੇ ਪੈ ਜਾਂਦਾ ਨਾ, ਫਿਰ ਪਛਤਾਉਂਦਾ ਵੀ ਮੈਂ ਆ ਵੀ ਕਰ ਲੈਂਦਾ, ਮੈਂ ਆ ਵੀ ਕਰ ਲੈਂਦਾ, ਮੈਂ ਆ ਵੀ ਕਰ ਲੈਂਦਾ। ਤੇ ਇਦਾਂ ਹੀ ਉਮਰ ਲੰਘਾ ਲੈਂਦਾ ਹੈ। ਜਿਨ੍ਹੇ 4 ਚੀਜ਼ਾਂ ਦੀ ਪੂਰੀ ਵਰਤੋਂ ਕੀਤੀ, ਜਿਹਨੂੰ ਕਹਿੰਦੇ ਮਿਹਨਤ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਮਿਹਨਤ ਕੀਤੀ। ਇਹ 4 ਚੀਜ਼ਾਂ ਪੂਰੀਆਂ ਲਾਈਆਂ। ਸਮਾਂ ਵੀ ਰੱਬ ਵਾਲੇ ਬੰਨੇ ਲਾਇਆ, ਜਾਂ ਦੁਨੀਆ ਵਾਲੇ ਪਾਸੇ ਸੋਚ ਲਓ ਵੀ ਕਮਾਈ ਵਾਲੇ ਪਾਸੇ ਲਾਇਆ। ਸਮੱਗਰੀ ਜੋ ਵੀ ਘਰ 'ਚ ਸੀ ਉਹਨੂੰ ਵਰਤਿਆ, ਆਪਣੀ ਸੂਝ ਵਰਤੀ, ਅਕਲ ਵਰਤੀ, ਤੇ ਆਪਣੀ ਸਰੀਰਕ ਸਮਰੱਥਾ ਵਰਤੀ। ਉਹਨੂੰ ਫਿਰ ਇੱਕ ਦਿਨ ਸੰਤੋਖ ਪ੍ਰਾਪਤ ਹੁੰਦਾ। ਉਹ ਕਿਵੇਂ? ਵੀ ਹੇ ਸੱਚੇ ਪਾਤਸ਼ਾਹ, ਆਪਣੇ ਜਿਵੇਂ ਕੋਈ ਗੁਰਸਿੱਖ ਅਰਦਾਸ ਕਰਦਾ ਨਾ, ਵੀ ਮੈਂ ਯਤਨ ਕੀਤਾ,
ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ, ਸੇਵਾ ਕਰਨ ਦਾ, ਜਿੰਨੀ ਤੂੰ ਸਮਰੱਥਾ ਦਿੱਤੀ ਸੀ, ਜਿੰਨੀ ਤੂੰ ਤਾਕਤ ਦਿੱਤੀ ਸੀ। ਉਹ ਵੱਖਰੀ ਗੱਲ ਹੈ ਕਿ ਮਿਲਿਆ ਕਿ ਨਹੀਂ ਮਿਲਿਆ, ਪਰ ਆਪਣਾ ਉਦਯੋਗ ਕੀਤਾ। ਉਦਯੋਗ ਮੈਨੇ ਆਪਣਾ ਨਿਯਮ ਪੂਰਾ ਕੀਤਾ। ਸਭ ਤੋਂ ਵੱਡੀ ਗੱਲ ਕੀ ਹੈ? ਰੱਬ ਮਿਲੇ ਜਾਂ ਨਾ ਮਿਲੇ, ਮਹਾਂਪੁਰਸ਼ ਕਹਿੰਦੇ ਨੇ ਆਪਣਾ ਉਦਯੋਗ ਪੂਰਾ ਕਰ ਲਓ, ਆਪਣਾ ਨੇਮ ਨਾ ਛੱਡੋ। ਕਿਉਂ? ਜਦੋਂ ਨੇਮ ਪੂਰਾ ਹੁੰਦਾ ਤਾਂ ਨੇਮ ਪੂਰੇ ਹੋਣ ਕਰਕੇ ਫਿਰ ਕੀ ਪ੍ਰਾਪਤ ਹੁੰਦੀ ਆ? ਸੰਤੁਸ਼ਟੀ, ਸੰਤੋਖ। ਬਈ ਅਸੀਂ ਆਪਣਾ ਕੰਮ ਕਰਕੇ ਸੌਣ ਲੱਗੇ ਆ, ਜਿਵੇਂ ਕੀਰਤਨ ਸੋਹਲਾ ਪੜ੍ਹ ਕੇ ਸੌਣ ਲੱਗੇ ਆ। ਅੱਜ ਦੀ ਦਿਹਾੜੀ ਅਸੀਂ ਆਪਦਾ ਨਿਤਨੇਮ ਪੂਰਾ ਕੀਤਾ ਵਾ, ਆਪਣੀ ਮਰਿਆਦਾ ਪੂਰੀ ਕੀਤੀ ਆ। ਅੱਗੇ ਹੁਣ ਉਸ ਮਾਲਕ ਦੀ ਮਰਜ਼ੀ, ਵਾਹਿਗੁਰੂ ਦੀ ਮਰਜ਼ੀ। ਤਾਂ ਆਪਣਾ ਨਿਯਮ ਪੂਰਾ ਕਰਨ ਕਰਕੇ ਸੰਤੋਖ ਪ੍ਰਾਪਤ ਹੁੰਦਾ ਹੈ। ਸੋ ਗੁਰੂ ਨੇ ਕਿਰਪਾ ਕੀਤੀ ਹੈ। ਇਹ ਜਿਹੜੀਆਂ ਸ਼ੁਭ ਸਿੱਖਿਆ ਸੰਤ ਮਹਾਤਮਾ ਦਿੰਦੇ ਆ ਨਾ, ਧਾਰਮਿਕ ਗ੍ਰੰਥ ਦਿੰਦੇ ਆ, ਬਾਣੀ ਦਿੰਦੀ ਹੈ, ਇਹ ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਹਿਰਦੇ 'ਚ ਵਸਾ ਦੇਣ ਤੇ ਅਸੀਂ ਇਹਨਾਂ ਤੇ ਚੱਲਣ ਲੱਗ ਪਈਏ। ਇਸ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਪਾਂ ਬਹਿੰਦੇ ਹਾਂ, ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ। ਆਓ ਇਸ ਸਮੇਂ ਨੂੰ ਸਫਲਾ ਕਰੀਏ। ਫਿਰ ਤਾਂ ਕਲਗੀਧਰ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਵਾਹਿਗੁਰੂ ਜੀ ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ। ਤੇਰਾ ਜੋਰ ਚਾਚਰੀ ਛੰਦ। ਚਾਚਰੀ ਛੰਦ ਪਹਿਲਾਂ ਵੀ ਆ ਗਿਆ, ਰੂਪ ਹੈ ਅਨੂਪ ਹੈ, ਤੇ ਇਹਦੇ ਅਰਥ ਪਹਿਲਾਂ ਆ ਚੁੱਕੇ ਨੇ। ਇੱਥੇ ਇੱਕ ਨਵਾਂ ਸ਼ਬਦ ਆਇਆ, ਤੇਰਾ ਜੋਰ। ਹੁਣ ਇਹ ਨਿਮਰਤਾ ਦਾ ਵਾਚਕ ਹੈ। ਕਲਗੀਧਰ ਸੁਆਮੀ ਜੀ, ਕਲਗੀਧਰ ਪਰਮੇਸ਼ਰ ਜੀ ਸਾਨੂੰ ਨਿਮਰਤਾ ਸਿਖਾ ਰਹੇ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਪੰਜਵੇਂ ਪਾਤਸ਼ਾਹ ਵੀ ਸਮਝਾਉਂਦੇ ਨਾ ਵੀ ਜੇ ਵਾਹਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਤੇ ਨਾਮ ਜਪਿਆ ਜਾਂਦਾ ਹੈ। ਆਪ ਜਪਾਏ ਜਪੈ ਸੋ ਨਾਮ, ਆਪ ਗਾਵਾਏ ਸੋ ਹਰ ਗੁਣ ਗਾਓ। ਯੂਪੀ ਦੀ ਗੱਲ, ਜਦੋਂ ਬਾਬਾ ਜੀ ਨਵੇਂ ਮੁਖੀ ਬਣੇ ਟਕਸਾਲ ਦੇ, ਤੇ ਯੂਪੀ ਵਾਲੀ ਸੰਗਤ ਨੇ ਉਧਰ ਸਮਾਗਮ ਰਖਾਏ। ਸੜਕਾਂ ਤੇ ਕੰਨਾਂ ਨੂੰ ਹੱਥ ਲਵਾ ਦਿੰਦੀਆਂ ਸੀ, ਹੁਣ ਪਤਾ ਨਹੀਂ ਬਣ ਗਈਆਂ ਹੁਣ ਇਹੋ ਜਿਹੀਆਂ ਟੁੱਟੀਆਂ ਸੜਕਾਂ। ਤੇ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਪ੍ਰਚਾਰ ਬੜਾ ਸੋਹਣਾ ਕਰਦੇ, ਤੇ ਬਾਬਾ ਜੀ ਸੁਣਦੇ ਪਏ ਸੀ। ਤੇ ਜਥੇਦਾਰ ਜੀ ਨੇ ਏਡਾ ਸੋਹਣਾ ਪ੍ਰਚਾਰ ਕੀਤਾ। ਭਾਈ ਸੁਖਦੇਵ ਸਿੰਘ ਜੀ ਵੱਡੇ ਸੰਤਾਂ ਨਾਲ ਰਹੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨਾਲ। ਇੰਨਾ ਸੋਹਣਾ ਪ੍ਰਚਾਰ ਕੀਤਾ ਵੀ ਬਾਬਾ ਜੀ ਬਹੁਤ ਖੁਸ਼, ਇੰਨੇ ਖੁਸ਼। ਉਹ ਹੋਇਆ ਕਿ ਜਦੋਂ ਪ੍ਰਚਾਰ ਦੀ ਸਮਾਪਤੀ ਹੋਣ ਲੱਗੀ ਤੇ ਜਥੇਦਾਰ ਕਹਿੰਦਾ, ਸਾਰੇ ਬਾਹਾਂ ਖੜੀਆਂ ਕਰੋ, ਵੀ ਦੱਸੋ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਿਆ ਕਰੋਗੇ। ਇੰਨੀ ਗੱਲ ਕਹਿਣ ਦੀ ਦੇਰ ਜਿੱਦਾਂ ਅੱਜ ਕੱਲ੍ਹ ਵੀ ਚੱਲਦਾ ਨਾ, ਵੀ ਬਾਹਾਂ ਖੜੀਆਂ ਕਰਕੇ ਕਹੋ ਜੀ ਇੰਨੇ ਪਾਠ ਕਰਾਂਗੇ। ਤੇ ਬਾਬਾ ਜੀ ਥੋੜੇ ਜਿਹੇ ਨਾਰਾਜ਼ ਜਿਹੇ ਹੋ ਗਏ। ਤੇ ਜਥੇਦਾਰ ਨੇ ਚਲੋ ਪ੍ਰਣ ਕਰਾਇਆ ਵੀ ਰੋਜ਼ 10 ਪਾਠ ਕਰੋਗੇ ਜਪਜੀ ਸਾਹਿਬ ਦੇ, ਰੋਜ਼ 25 ਪਾਠ ਕਰੋਗੇ ਜਪਜੀ ਸਾਹਿਬ ਦੇ। ਤੇ ਜਥੇਦਾਰ ਜਦੋਂ ਥੱਲੇ ਉਤਰਿਆ, ਮੈਨੂੰ ਆਪ ਭਾਈ ਸਾਹਿਬ ਸੁਣਾਉਂਦੇ, ਭਾਈ ਸੁਖਦੇਵ ਸੁਣੀ ਦੱਸਦੇ ਹੁੰਦੇ, ਕਹਿੰਦੇ ਮੈਂ ਥੱਲੇ ਉਤਰਿਆ ਤੇ ਸੰਤ ਕਹਿਣ ਲੱਗੇ, ਬਾਬਾ ਜੀ ਕਹਿਣ ਲੱਗੇ ਵੀ ਅੱਜ ਇੰਨਾ ਸੋਹਣਾ ਪ੍ਰਚਾਰ ਕੀਤਾ ਸੀ, ਮੈਂ ਇੰਨਾ ਖੁਸ਼ ਵੀ ਕਮਾਲ ਕਰਤੀ ਬਈ। ਜਥੇਦਾਰਾ ਤੂੰ ਕਿਹੜਾ ਕਿਤੇ ਕਥਾ ਗੁਰਪ੍ਰਤਾਪ ਦੀ ਪੜ੍ਹਿਆ ਵਾ, ਜਾਂ ਇੰਨਾ ਸੋਹਣਾ ਪ੍ਰਚਾਰ, ਇੰਨਾ ਰਸ। ਪਰ ਕਹਿੰਦੇ ਜਿਹੜੀ ਅਖੀਰਲੀ ਗੱਲ ਕਹੀ ਨਾ ਤੂੰ ਵੀ ਪ੍ਰਣ ਕਰੋ ਇੰਨੇ ਪਾਠ ਜਪਜੀ ਸਾਹਿਬ ਦੇ ਕਰਿਆ ਕਰਾਂਗੇ, ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਿਆ ਕਰਾਂਗੇ। ਕਹਿੰਦੇ ਸਾਰੀ ਹੀ ਉਹ ਜਿਵੇਂ ਕਹਿ ਦਿੰਦੇ ਨਾ ਵੀ ਗੇਲੀ ਗਾਲਤੀ। ਕਹਿੰਦੇ ਮਹਾਰਾਜ ਵੀ ਗੱਲ ਕੀ ਹੋ ਗਈ?
ਕਹਿੰਦੇ ਜਥੇਦਾਰਾ ਵੀ ਬਾਣੀ ਰੱਬ ਪੜਾਵੇ ਦੇ ਪੜ੍ਹੀ ਜਾਂਦੀ ਆ, ਪ੍ਰਾਣ ਕਰਾਇਆ ਨਹੀਂ ਬਾਣੀਆਂ ਪੜ੍ਹੀਆਂ ਜਾਂਦੀਆਂ। ਅਸੀਂ ਤੁਸੀਂ ਕੌਣ ਆ ਬਾਣੀ ਪੜਾਉਣ ਵਾਲੇ ਕਿਸੇ ਨੂੰ? ਇਹ ਤਾਂ ਜਿਹਦੇ ਉੱਤੇ ਮਾਲਕ ਕਿਰਪਾ ਕਰੇ ਉਹ ਪੜ੍ਹ ਸਕਦਾ ਵਾ। ਤਾਂ 10ਵੇਂ ਪਾਤਸ਼ਾਹ ਕੀ ਕਹਿੰਦੇ ਵੀ ਤੇਰਾ ਜ਼ੋਰ। ਹੁਣ 5ਵੇਂ ਪਾਤਸ਼ਾਹ ਇਹਨੂੰ ਕੀ ਕਹਿੰਦੇ ਆ ਵੀ ਆਪ ਜਪਾਏ, ਜਪੈ ਸੋ ਨਾਉ ਆਪ ਗਵਾਏ, ਸੋ ਹਰ ਗੁਣ ਗਾਓ। ਇਹ ਤਾਂ ਮਹਾਰਾਜ ਕਿਰਪਾ ਕਰਨ ਫਿਰ ਬਾਣੀ ਪੜ੍ਹੀ ਜਾਂਦੀ ਹੈ, ਫਿਰ ਸੇਵਾ ਹੁੰਦੀ ਆ, ਫਿਰ ਸਿਮਰਨ ਹੁੰਦਾ। ਰੱਬ ਦੀ ਕਿਰਪਾ ਤੋਂ ਬਿਨਾਂ ਥੋੜ੍ਹੀ ਹੁੰਦਾ। ਤੇ ਜੇ ਕੋਈ ਕਹੇ ਵੀ ਕਿਰਪਾ ਤੋਂ ਬਿਨਾਂ ਹੁੰਦਾ ਤਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟਾ। ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ ਹੈ, ਉਹਦੀ ਆਪਦੀ ਮੱਤ ਹੋਊਗੀ, ਉਹਨੂੰ ਮੁਬਾਰਕ। ਹੁਣ ਤੁਸੀਂ ਕਿਤੇ ਨੋਟ ਕਰੋ, ਗੁਰਪ੍ਰਸਾਦ, ਗੁਰਪ੍ਰਸਾਦ ਸ਼ਬਦ ਆਉਂਦਾ ਨਾ ਗੁਰਬਾਣੀ ਦੇ ਵਿੱਚ। ਹੁਣ ਤੁਸੀਂ ਬਾਣੀ ਪੜ੍ਹਦਿਆਂ ਹੋਇਆਂ ਆਪਾਂ ਜਦੋਂ ਬਾਣੀ ਪੜ੍ਹਾਂਗੇ ਉੱਥੇ ਇਹ ਸ਼ਬਦ ਆਊਗਾ, ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਜਾਂ ਇਹ ਸ਼ਬਦ ਆਵੇਗਾ ਵੀ ਜਿਨ੍ਹਾਂ ਤੋਂ ਧੁਰ ਤੇ ਧੁਰੋਂ ਕਿਰਪਾ ਸੀ। ਜਾਂ ਫਿਰ ਆਊਗਾ ਗੁਰਪ੍ਰਸਾਦ ਹਰ ਮਨ ਵਸਿਆ, ਗੁਰੂ ਦੀ ਕਿਰਪਾ ਨਾਲ। ਜਦੋਂ ਗੁਰੂ ਕਿਸੇ ਤੇ ਕਿਰਪਾ ਕਰੇ ਤਾਂ 10ਵੇਂ ਪਾਤਸ਼ਾਹ ਇਸ ਛੰਦ 'ਚ ਇੱਕ ਨਵੀਂ ਚੀਜ਼ ਲਿਖਦੇ ਆ ਵੀ ਜੋ ਵੀ ਹੁੰਦਾ ਰੱਬ ਦੇ ਜ਼ੋਰ ਕਰਕੇ ਹੈ, ਉਹਦੀ ਕਿਰਪਾ ਨਾਲ ਹੈ। ਤੇ ਜਪਜੀ ਸਾਹਿਬ 'ਚ ਇਹਦੀ ਇੱਕ ਪੂਰੀ ਪੌੜੀ ਆ, ਆਪਾਂ ਪੜ੍ਹਦੇ ਹਾਂ। ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਹੁਣ ਅਗਲੇ ਬਚਨ ਕੀ ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸੇਵਾ ਸਿਮਰਨ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਬਰਕਤ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦੀ ਹੈ। ਤੇ ਆਪ ਜੀ ਹੈਰਾਨ ਹੋਵੋਗੇ, ਦੁਨੀਆ ਦੇ ਵਿੱਚ ਕੋਈ ਬੰਦਾ ਗਰੰਟੀ ਨਹੀਂ ਲੈਂਦਾ। ਵੈਸੇ ਤੇ ਗਰੰਟੀ ਕਈ ਚੀਜ਼ਾਂ ਦੀ ਨਹੀਂ ਆ। ਆ ਜਿਹੜੇ ਇੰਸ਼ੋਰੈਂਸ ਕਰਦੇ ਹੁੰਦੇ ਨਾ ਵੀ ਜੇ ਤੂੰ ਇੰਨੇ ਚਿਰ 'ਚ ਮਰ ਗਿਆ ਤੇ ਤੇਰੇ ਪਰਿਵਾਰ ਨੂੰ, ਤੇਰੀ ਫੈਮਿਲੀ ਨੂੰ, ਟੱਬਰ ਨੂੰ ਇੰਨੇ ਦੇਵਾਂਗੇ, ਇੰਨੇ ਲੱਖ ਮਿਲੂਗਾ, 1 ਕਰੋੜ ਮਿਲੂਗਾ, 70 ਲੱਖ ਮਿਲੂਗਾ। ਉਹ ਇੰਸ਼ੋਰੈਂਸ ਕੀ ਕਰਦੇ ਵੀ ਜੇ ਤੂੰ ਐਸ ਉਮਰ ਦੇ ਵਿੱਚ ਮਰ ਗਿਆ, ਜਿਵੇਂ ਕੋਈ ਸਰਕਾਰੀ ਨੌਕਰੀ ਕਰਦਾ ਹੈ, ਥਾਣੇਦਾਰ ਹੈ, ਪੁਲਿਸ 'ਚ ਨੌਕਰੀ ਤੇ ਮਰ ਗਿਆ ਤੇ ਉਹ ਗਾਂ ਉਹਦੇ ਬੱਚੇ ਨੂੰ ਨੌਕਰੀ ਮਿਲਦੀ ਹੈ। ਇੱਦਾਂ ਇੰਸ਼ੋਰੈਂਸ ਪਾਲਿਸੀਆਂ ਅੱਜ ਕੱਲ੍ਹ ਆਉਂਦੀਆਂ ਨੇ। ਗੁਰਬਾਣੀ ਕਹਿੰਦੀ ਹੈ ਵੀ ਦੁਨੀਆ ਵਿੱਚ ਕਿਸੇ ਚੀਜ਼ ਦੀ ਗਰੰਟੀ ਨਹੀਂ। ਸਭ ਕੁਝ ਖਿੰਨ ਭੰਗਰ ਆ। ਇੱਕ ਖਿੰਨ ਲੱਗਦਾ ਸਭ ਕੁਝ ਬਦਲ ਨੂੰ, ਖਤਮ ਹੋਣ ਨੂੰ। ਦੁਨੀਆ 'ਚ ਕੋਈ ਬੰਦਾ ਗਰੰਟੀ ਨਹੀਂ ਲੈ ਸਕਦਾ ਵੀ ਤੰਦਰੁਸਤੀ ਰਹੂਗੀ ਹਮੇਸ਼ਾ। ਲੈ ਸਕਦਾ ਕੋਈ? ਜਵਾਨੀ ਰਹੂਗੀ ਹਮੇਸ਼ਾ, ਸੁੱਖ ਰਹੂਗਾ ਹਮੇਸ਼ਾ, ਪੈਸਾ ਰਹੂਗਾ ਹਮੇਸ਼ਾ? ਇਹਨਾਂ ਚੀਜ਼ਾਂ ਦੀ ਕੋਈ ਗਰੰਟੀ ਨਹੀਂ। ਔਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਜਿਹੜੇ ਕਹਿੰਦੇ ਆ, ਗੁਰਬਾਣੀ ਕਹਿੰਦੀ ਆ ਵੀ ਮੈਂ ਤੇਰੀ ਗਰੰਟੀ ਲੈਣ ਨੂੰ ਤਿਆਰ ਹਾਂ। ਰੱਬ ਕਹਿੰਦਾ ਉਹ ਕੀ? ਵੀ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਅਰਦਾਸ ਕਰ, ਵਾਹਿਗੁਰੂ ਨੂੰ ਵਿੱਚ ਵਿਚੋਲਾ ਪਾ ਲਾ, ਫਿਰ ਉਹਦੀ ਜ਼ਿੰਮੇਵਾਰੀ ਵਾਹਿਗੁਰੂ ਤੇ ਬਣ ਜਾਂਦੀ ਹੈ। ਤੇ ਜਦੋਂ ਉਹ ਜ਼ਿੰਮੇਵਾਰੀ ਫਿਰ ਸੱਚੇ ਪਾਤਸ਼ਾਹ ਤੇ ਪੈ ਜਾਂਦੀ ਹੈ, ਫਿਰ ਉਹ ਆਪਦੀ ਮਰਜ਼ੀ ਨਾਲ, ਆਪਣੀ ਕਿਰਪਾ ਨਾਲ ਜਿਵੇਂ ਚਾਹਵੇ ਫਿਰ ਉਵੇਂ ਹੀ ਬੰਨੇ ਲਾਉਂਦਾ, ਬੇੜਾ ਪਾਰ ਕਰਦਾ ਹੈ। ਹੁਣ ਤੁਸੀਂ ਪੁੱਛੋਗੇ ਵੀ ਇਹ ਗਰੰਟੀ ਕਿੱਥੇ ਹੈ? ਆਪਾਂ ਪੜ੍ਹਦੇ ਆ ਨਾ, ਅਰਦਾਸ ਕਰਨ ਲੱਗਿਆ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਿੰਨੇ ਬਚਨ ਆਉਂਦੇ? ਤਾਕ ਆਪਣੇ
ਗੁਰਬਾਣੀ ਤੇ ਇੱਥੋਂ ਤੱਕ ਕਹਿੰਦੀ ਹੈ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਵਾ। ਤਾਂ ਇਹ ਮਹਾਰਾਜ ਸਾਨੂੰ ਜਾਚ ਦੱਸਦੇ ਆ, ਕਿੰਨੀ ਨਿਮਰਤਾ ਦਸਵੇਂ ਪਾਤਸ਼ਾਹ 'ਚ, ਕਿੰਨਾ ਪ੍ਰੇਮ ਆ ਪਰਮੇਸ਼ਰ ਨਾਲ। ਆ ਚਾਚਰੀ ਛੰਦ ਜਿਹੜਾ ਇਹ ਹੈ, ਇਹਦੀਆਂ ਮੇਰੇ ਖਿਆਲ ਨਾਲ 4 ਕੁ ਪੌੜੀਆਂ ਹੀ ਆ, ਜਾਂ ਇੱਕ ਪੌੜੀ 'ਚ 4 ਬੰਦ ਨੇ, 2 ਪੌੜੀਆਂ ਨੇ, 8 ਬੰਦ ਨੇ। ਹੁਣ 8 ਬੰਦ ਲਿਖਣ ਵਾਸਤੇ ਕਹਿ ਦਿੱਤਾ ਵੀ ਇਹ ਵੀ ਤੇਰੀ ਕਿਰਪਾ ਦੇ ਨਾਲ ਹੀ ਕਲਮ ਚੱਲੇਗੀ, ਇਹ ਵੀ ਤੇਰੀ ਕਿਰਪਾ ਦੇ ਨਾਲ ਹੀ ਬੋਲ ਪਾਵਾਂਗਾ, ਲਿਖ ਪਾਵਾਂਗਾ। ਤਾਂ ਸਤਿਗੁਰੂ ਫਰਮਾਉਂਦੇ ਹਨ, ਜਲੇ ਹੈ ਥਲੇ ਹੈ। ਹੇ ਵਾਹਿਗੁਰੂ ਪਰਮੇਸ਼ਰ ਜੀ, ਜਲ ਨਮੀ ਵਾਲੀ ਥਾਂ ਦੇ ਵਿੱਚ ਵੀ ਤੂੰ ਹੀ ਹੈ, ਜਾਂ ਪਾਣੀ ਵਿੱਚ ਵੀ ਤੂੰ ਹੀ ਹੈ। ਥਲੇ ਹੈ, ਥਲ ਕਿਹਨੂੰ ਕਹਿੰਦੇ? ਖੁਸ਼ਕ ਨੂੰ, ਰੇਤਾ ਦੇ ਟਿੱਬੇ, ਖੁਸ਼ਕ ਥਾਵਾਂ। ਤੇ ਮਹਾਂਪੁਰਸ਼ ਇਹਦਾ ਅੰਤਰੀਵ ਅਰਥ ਇਦਾਂ ਕਰਦੇ, ਜਲ ਮੈਨੇ ਨਮੀ ਤੇ ਥਲ ਮੈਨੇ ਖੁਸ਼ਕੀ। ਹੁਣ ਨਮੀ ਮੈਨੇ ਸ਼ਰਧਾ, ਭਾਵਨਾ। ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਗੁਰਮੁਖ ਨੇ ਨਾ, ਭਾਵਨਾ ਵਾਲਿਆਂ ਵਿੱਚ ਵੀ ਤੂੰ ਹੀ ਆ। ਤੇ ਥਲ ਜਿਹੜੇ ਖੁਸ਼ਕ ਨੇ ਨਾ, ਖੁਸ਼ਕ ਕਿੰਤੂ ਪਰੰਤੂ ਕਰਨ ਵਾਲੇ ਜਾਂ ਨਾਸਤਕ ਬੈਠਾ, ਉਹਨਾਂ ਵਿੱਚ ਵੀ ਤੂੰ ਹੀ ਹੈ। ਉਹ ਵੱਖਰੀ ਗੱਲ ਹੈ ਕਿ ਉਹ ਕੋਈ ਲਾਭ ਨਹੀਂ ਪ੍ਰਾਪਤ ਕਰ ਸਕਦੇ, ਉਹਨਾਂ ਨੂੰ ਕੋਈ ਉਸ ਵਾਹਿਗੁਰੂ ਦਾ ਲਾਭ ਨਹੀਂ ਪ੍ਰਾਪਤ ਹੋਣਾ। ਜਿਵੇਂ ਉਦਾਹਰਨ ਦਿੰਦੇ ਨਾ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਮਹਾਰਾਜ, ਵੀ ਪਾਣੀ ਧਰਤੀ 'ਚ ਹੈਗਾ, ਧਰਤੀ 'ਚ, ਪਰ ਲਾਭ ਤੇ ਕੋਈ ਨਹੀਂ ਨਾ। ਲਾਭ ਤਾਂ ਹੀ ਆ ਜੇ ਨਲਕਾ ਲਾ ਕੇ ਉਹਨੂੰ ਬਾਹਰ ਲਿਆਓ, ਜਾਂ ਖੂਹ ਪੁੱਟੋ, ਜਾਂ ਨਦੀ ਹੋਵੇ। ਇਦਾਂ ਜਿਹੜੇ ਨਾਸਤਕ ਬੰਦੇ ਆ ਨਾ, ਉਹਨਾਂ ਦੇ ਅੰਦਰ ਰੱਬ ਪਤਾ ਕਿੱਦਾਂ ਰਹਿੰਦਾ? ਜਿੱਦਾਂ ਮਿੱਟੀ ਦੇ ਥੱਲੇ ਪਾਣੀ, ਧਰਤੀ ਦੇ ਥੱਲੇ ਪਾਣੀ, ਕੋਈ ਲਾਭ ਨਹੀਂ। ਤੇ ਜਿਹੜੇ ਗੁਰਮੁਖ ਬੰਦੇ, ਉਹਨਾਂ 'ਚ ਵਾਹਿਗੁਰੂ ਜਿਹੜੇ ਰੱਬ ਨੂੰ ਮੰਨਦੇ ਆ ਪਰ ਜਪ ਤਪ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਉਹਨਾਂ 'ਚ ਰੱਬ ਦਾ ਕਿੰਨਾ ਕੁ ਲਾਭ ਹੁੰਦਾ? ਜਿਵੇਂ ਨਲਕਾ ਲੱਗਾ। ਜਿਹੜੇ ਹੋਰ ਭਗਤੀ ਵਾਲੇ, ਉਹ ਕਿੱਦਾਂ ਦੇ ਹੁੰਦੇ ਨੇ ਗੁਰਮੁਖ ਲੋਕ? ਜਿਵੇਂ ਖੂਹ ਦਾ ਪਾਣੀ ਕਿੰਨਾ ਨੇੜੇ ਹੋ ਗਿਆ। ਤੇ ਬ੍ਰਹਮ ਗਿਆਨੀਆਂ ਦੇ ਰੱਬ ਕਿੱਦਾਂ ਨੇੜੇ ਹੁੰਦਾ? ਜਿਵੇਂ ਸਾਹਮਣੇ ਨਦੀ ਵਗਦੀ ਹੈ, ਸਪਸ਼ਟ, ਕੋਈ ਓਲਾ ਨਹੀਂ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ, ਵੀ ਪੰਜਵੇਂ ਪਾਤਸ਼ਾਹ ਮਹਾਰਾਜ ਕੀ ਕਹਿੰਦੇ, ਵੀ ਰੱਬ ਦੀਆਂ ਗੱਲਾਂ ਨਹੀਂ ਕਰਦਾ, ਰੱਬ ਵੇਖਿਆ ਵੀ ਆ। ਰੱਬ ਦੇ ਮਹਿਲ ਮਨਾਰੇ ਵੀ ਵੇਖੇ ਆ, ਰੱਬ ਦਾ ਸੱਚਖੰਡ ਦਾ ਦਰਬਾਰ ਵੀ ਵੇਖਿਆ। ਆਪਾਂ ਸ਼ਬਦ ਸੁਣਦੇ ਹੁੰਦੇ ਨਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਕੱਲਾ ਰੱਬ ਦੀਆਂ ਗੱਲਾਂ ਨਹੀਂ ਆ, ਰੱਬ ਦੇਖਿਆ ਵੀ ਆ। ਤੇ ਰੱਬ ਜਿੱਥੇ ਰਹਿੰਦਾ ਸੱਚਖੰਡ ਦੇ ਵਿੱਚ, ਉਹਦੇ ਮਹਿਲ ਮਨਾਰੇ ਵੀ ਦੇਖੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਆ, ਵੀ ਪਰਮੇਸ਼ਰ ਹਰ ਇੱਕ ਵਿੱਚ ਹੀ ਆ ਜੀ। ਆ ਪਿੱਛੇ ਜੇ ਸਾਖੀ ਤੁਸੀਂ ਸੁਣੀ ਵੀ ਹੋਊਗੀ, ਫਿਰ ਸੁਣਾ ਦਿੰਦਾ ਵਾਂ। ਵੀ ਜਿਵੇਂ 5 ਚੋਰ ਸੀ ਤੇ ਰਾਤ ਨੂੰ ਖਲੋਤੇ ਗਲੀ ਦੇ ਵਿੱਚ, ਤੇ ਇੱਕ ਬਾਦਸ਼ਾਹ ਜਿੰਨੇ ਭੇਸ ਬਦਲਿਆ ਸੀ, ਉਹਨੇ ਲਈ ਵੇਖ। ਸਾਖੀ ਜਿਹੜੀ ਹੁੰਦੀ ਸਿਰਫ ਸਿੱਖਿਆ ਲੈਣ ਲਈ ਹੁੰਦੀ ਹੈ। ਸਾਖੀ ਦਾ ਹਰ ਹਿੱਸਾ ਨਹੀਂ ਲੱਗਦਾ ਹੁੰਦਾ। ਜਿਵੇਂ ਮਾਂ ਕਹਿੰਦੀ ਨਾ, ਮੇਰਾ ਪੁੱਤ ਚੰਦ, ਤੇ ਕੋਈ ਉਹੋ ਜਿਹਾ ਪਾਗਲ ਹੋਵੇ, ਨਾਸਤਕ ਹੋਵੇ, ਦਲੀਲਾਂ ਤੇ ਯਕੀਨ ਕਰਨ ਵਾਲਾ ਹੋਵੇ, ਉਹਨੇ ਕਹਿਣਾ ਉਹ ਤੇ ਹਜ਼ਾਰਾਂ ਹੀ ਕਿਲੋਮੀਟਰ ਦੂਰ ਆ, ਚੰਦ ਕਿੱਥੋਂ ਹੋ ਗਿਆ? ਤੇ ਮਾਂ ਨੇ ਕਹਿਣਾ ਦਫਾ ਹੋ ਜਾ, ਘਰੋਂ ਬਾਹਰ ਨਿਕਲ ਜਾ। ਹੁਣ ਉਹ ਮਾਂ ਕੀ ਕਹਿ ਰਹੀ ਆ? ਵੀ ਉਹਦੀ ਸੁੰਦਰਤਾ ਚੰਦ ਵਰਗੀ। ਇਦਾਂ ਜਿਹੜੀ ਸਾਖੀ ਹੁੰਦੀ ਨਾ, ਉਹਦੀ ਸਿੱਖਿਆ ਲੈਣੀ ਚਾਹੀਦੀ ਹੁੰਦੀ। ਉਹਦੀ ਹਰ ਚੀਜ਼ ਨਹੀਂ ਲੱਗਦੀ ਹੁੰਦੀ ਤੇ ਲੱਭਦੀ ਹੁੰਦੀ। ਤੁਸੀਂ ਹੈਰਾਨ ਹੋਵੋਗੇ ਵੀ ਉਹ ਬਾਦਸ਼ਾਹ ਸੀ, ਉਹ ਚੋਰ ਸਨ, ਉਹਨੇ ਵੇਖ ਲਏ। ਤੇ ਚੋਰਾਂ ਨੇ ਰਾਤ ਨੂੰ ਪੁੱਛਿਆ, ਵੀ ਗਲੀ 'ਚ ਖਲੋਤਿਆਂ ਤੂੰ ਕੌਣ?
ਉਹ ਰਾਜਾ ਕਹਿੰਦਾ ਵੀ ਤੁਹਾਡਾ ਭਰਾ, ਰਾਜੇ ਬੜੇ ਤਿੱਖੇ ਹੁੰਦੇ ਆ, ਬੁੱਧੀ ਬੜੀ ਸੂਖਸ਼ਮ ਹੁੰਦੀ ਆ। ਉਹ ਕਹਿੰਦੇ ਅਸੀਂ ਚੋਰ, ਤੇ ਰਾਜਾ ਕਹਿੰਦਾ ਮੈਂ ਵੀ ਚੋਰ। ਹੁਣ ਉਹਨੇ ਆਪਣੀ ਪਛਾਣ ਥੋੜੀ ਕਰਾਉਣੀ ਸੀ। ਉਹ ਚੋਰ ਕਹਿਣ ਲੱਗੇ ਵੀ ਇਹ ਸਾਖੀ ਦਾ ਭਾਵ ਇਹ ਆ ਵੀ ਰੱਬ ਹਰ ਕੰਮ 'ਚ ਸਾਡੇ ਨਾਲ ਹੁੰਦਾ ਹੈ। ਮਾੜਾ ਕਰੋ ਚੰਗਾ ਕਰੋ, ਉਹਦਾ ਫਲ ਸਾਨੂੰ ਮਿਲਣਾ, ਹਾਜ਼ਰ ਹੋ ਹਰ ਕੰਮ 'ਚ। ਜਿਵੇਂ ਬਲਬ ਜਗਦਾ ਪਿਆ ਨਾ, ਲਾਈਟ ਜਗਦੀ ਪਈ, ਉਹਦੇ ਥੱਲੇ ਭਾਵੇਂ ਜੂਆ ਖੇਡ ਲਓ, ਉਹਦੇ ਥੱਲੇ ਕੋਈ ਗੁਰਮੁਖ ਬਾਣੀ ਪੜ੍ਹੇ। ਲਾਈਟ ਜਗਦੀ ਪਈ ਹੈ ਜਿਵੇਂ ਸੂਰਜ ਦੀ ਰੌਸ਼ਨੀ, ਉਹਦੇ ਥੱਲੇ ਭਗਤੀ ਕਰ ਲਾ, ਉਹਦੇ ਥੱਲੇ ਮਾੜੇ ਕੰਮ ਕਰ ਲਾ, ਲਾਈਟ ਤੇ ਉੱਥੇ ਹੀ ਰਹਿਣੀ ਹੈ। ਰੱਬ ਹਰ ਕੰਮ 'ਚ ਹੀ ਹਾਜ਼ਰ ਰਹਿਣਾ ਵਾ, ਪਰ ਕੀਤੇ ਹੋਏ ਕੰਮ ਦਾ ਫਲ ਸਾਨੂੰ ਭੁਗਤਣਾ ਪੈਣਾ। ਉਹ 5 ਚੋਰ 6ਵਾਂ ਰਾਜਾ। ਉਹ ਕਹਿੰਦੇ ਜੀ ਵੀ ਚੋਰੀ ਕਰਨ ਤੋਂ ਪਹਿਲਾਂ ਫਿਰ ਆਪਾਂ ਇੱਕ ਦੂਜੇ ਨੂੰ ਗੁਣ ਦੱਸੀਏ ਆਪਣੇ, ਤਾਂ ਕਿ ਕੋਈ ਲੀਡਰ ਚੁਣ ਲਈਏ। ਜਿਹੜਾ ਸਭ ਤੋਂ ਵੱਡਾ ਚੋਰ ਹੋਵੇ ਉਹ ਲੀਡਰ ਹੁੰਦਾ ਨਾ, ਫਿਰ ਇੱਕ ਲੀਡਰ ਚੁਣ ਲੈਣਾ ਚਾਹੀਦਾ, ਨੇਤਾ ਚੁਣ ਲੈਣਾ ਚਾਹੀਦਾ। ਹੋਇਆ ਕਿ ਇੱਕ ਨੇ ਆਖਿਆ ਜੀ ਮੈਂ ਰਾਤ ਦੇ ਹਨੇਰੇ 'ਚ ਜਿਹਨੂੰ ਵੇਖ ਲਾ ਨਾ, ਸ਼ਕਲ ਨਹੀਂ ਭੁੱਲਦਾ ਉਹਦੀ। ਕਹਿੰਦੇ ਵੀ ਵਾਹ ਬਈ ਵਾਹ, ਕਿਆ ਗੁਣ ਆ ਇਹਦੇ ਵਿੱਚ। ਦੂਜਾ ਕਹਿੰਦਾ ਜੀ ਵੀ ਮੈਂ ਪੌੜੀ ਦੀ ਲੋੜ ਨਹੀਂ, ਰੱਸੀ ਦੀ ਲੋੜ ਨਹੀਂ, ਜਿੱਡੀ ਮਰਜ਼ੀ ਕੰਧ ਉੱਚੀ ਹੋਵੇ ਚੜ ਜਾਣਾ ਤੇ ਚੜਾ ਵੀ ਲੈਣਾ ਨਾਲ ਦਿਆਂ। ਤੀਜੇ ਨੇ ਵੀ ਕੁਝ ਇਦਾਂ ਦੀ ਖਾਸੀਅਤ ਦੱਸੀ ਆਪਣੀ ਵੀ, ਹੁਣ ਸਾਖੀ ਤੇ ਬੜੀ ਲੰਬੀ ਹੈ, ਇੱਕ ਵਾਰੀ ਨੈਟ ਤੇ ਵੀ ਦਾਸ ਨੇ ਪਾਈ ਸੀ। ਉਹ ਤੀਜੇ ਨੇ ਆਖਿਆ ਵੀ ਮੈਂ ਨਾ ਕੁੱਤੇ ਦੀ ਭਾਸ਼ਾ ਸਮਝਦਾ, ਵੀ ਕੁੱਤਾ ਜੋ ਬੋਲੇ ਮੈਨੂੰ ਸਮਝ ਆਉਂਦੀ ਹੈ। ਉਹ ਇੱਕ ਚੋਰ ਕਹਿਣ ਲੱਗਾ ਵੀ ਤੂੰ ਤਾਂ ਬਹੁਤਾ ਹੀ ਗੁਣੀ ਬੰਦਾ ਬਈ, ਕਿਉਂ ਸਾਡੇ ਕੰਮ 'ਚ ਇਹ ਕੁੱਤੇ ਬਹੁਤ ਸਿਆਪਾ ਪਾਉਂਦੇ ਆ। ਚੌਥਾ ਕਹਿਣ ਲੱਗਾ ਵੀ ਮੈਂ ਨਾ ਧਰਤੀ 'ਚ ਦੱਬਿਆ ਹੋਇਆ ਧਨ ਉਹ ਦੱਸ ਦਿੰਨਾ ਵਾਂ ਵੀ ਇੱਥੇ ਕਿੰਨਾ ਧਨ ਦੱਬਿਆ ਧਰਤੀ 'ਚ, ਇਹ ਮੇਰੇ 'ਚ ਗੁਣ। ਇਦਾਂ ਸਾਰਿਆਂ ਨੇ, ਇੱਕ ਨੇ ਆਖਿਆ ਵੀ ਜਿੱਡੀ ਮਰਜ਼ੀ ਕੰਧ ਹੋਵੇ ਮੈਂ ਸੰਨ ਲਾ ਲੈਣਾ ਵਿੱਚ। ਸਾਰਿਆਂ ਨੇ ਆਪੋ ਆਪਣੇ ਗੁਣ ਦੱਸੇ। ਉਹ ਚੋਰ ਰਾਜੇ ਨੂੰ ਪੁੱਛਦੇ ਆ ਵੀ ਤੇਰੇ 'ਚ ਕੀ ਗੁਣ ਆ? ਉਹ ਕਹਿੰਦਾ ਜਿਹੜਾ ਗੁਣ ਮੇਰੇ 'ਚ ਉਹ ਤੁਹਾਡੇ 'ਚ ਹੈ ਹੀ ਨਹੀਂ। ਉਹ ਕਹਿੰਦੇ ਕੀ? ਕਹਿੰਦਾ ਮੇਰੀ ਦਾੜੀ ਹਿੱਲੇ ਤੇ ਸਜ਼ਾ ਮਾਫ ਹੋ ਜਾਂਦੀ ਹੈ। ਉਹ ਕਹਿੰਦੇ ਵੀ ਸਾਨੂੰ ਇਸ ਕੰਮ ਦੀ ਬੜੀ ਲੋੜ ਆ, ਅਸੀਂ ਫੜੇ ਜਾਂਦੇ ਆ ਤੇ ਫਿਰ ਫਾਂਸੀ ਦੇ ਟੰਗ ਦਿੰਦੇ ਆ, ਤੇ ਤੂੰ ਸਾਡਾ ਲੀਡਰ। ਕਿੱਥੇ ਜਾਣਾ? ਕਹਿੰਦੇ ਰਾਜੇ ਦੇ ਮਹਿਲਾਂ 'ਚ। ਚਲੋ ਉੱਥੇ ਕੁੱਤਾ ਭੌਂਕਿਆ ਵੀ ਤੁਹਾਡੇ ਨਾਲ ਇੱਕ ਰਾਜਾ ਵਾ। ਉਹ ਜਿਹਨੇ ਕੁੱਤੇ ਦੀ ਭਾਸ਼ਾ ਜਿਹਨੂੰ ਆਉਂਦੀ ਸੀ ਉਹ ਸਮਝ ਗਿਆ। ਉਹਨੇ ਆਖਿਆ ਵੀ ਕੁੱਤਾ ਕਹਿਣ ਡਿਆ ਵੀ ਤੁਹਾਡੇ ਨਾਲ ਇੱਕ ਬਾਦਸ਼ਾਹ ਵਾ, ਪਰ ਕਿਸੇ ਨੇ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ। ਇਦਾਂ ਕਈ ਵਾਰੀ ਸਾਡੇ ਨਾਲ ਵੀ ਇਦਾਂ ਹੀ ਹੁੰਦੀ ਆ ਵੀ ਅਸੀਂ, ਸਾਨੂੰ ਸਭ ਪਤਾ ਹੁੰਦਾ ਵਾ, ਸਮਝ ਆਉਂਦੀ ਆ, ਸਿਆਣੇ ਬੰਦੇ ਸਮਝਾਉਂਦੇ ਵੀ ਆ, ਤਾਂ ਵੀ ਕਿਹੜਾ ਆਪਾਂ ਆਖੇ ਲੱਗਦੇ ਆ। ਹਾਥ ਦੀਪ ਕੂਏ ਪਰੇ ਵਾਲੀ ਗੱਲ ਹੁੰਦੀ ਹੈ। ਉਹ ਚੋਰੀ ਕਰਨ ਚਲੇ ਗਏ। ਚਲੋ ਚੋਰੀ ਕੀਤੀ, ਮਾਲ ਮੱਤਾ ਸਾਂਭਿਆ, ਰਾਜੇ ਨੇ ਅੱਖ ਬਚਾਈ, ਉਹ ਮਹਿਲਾਂ 'ਚ ਆ ਗਿਆ। ਇਹ ਚੋਰੀ ਕਰਕੇ ਆਪੋ ਆਪਣੇ ਟਿਕਾਣੇ ਤੇ, ਰਾਜੇ ਨੇ ਟਿਕਾਣੇ ਤੇ ਦੇਖੇ ਸੀ। ਅਗਲੇ ਦਿਨ ਮੰਤਰੀ ਨੂੰ ਆਖਿਆ ਵੀ ਆ ਫਲਾਨੀ ਫਲਾਨੀ ਜਗ੍ਹਾ ਦੇ ਚੋਰ ਆ, ਲੈ ਆ ਸਾਰੇ। ਉਹ ਸਾਰੇ ਲੈ ਆਂਦੇ ਜੀ। ਉਹ ਜਿਹੜਾ ਰਾਤ ਨੂੰ ਸ਼ਕਲ ਨਹੀਂ ਸੀ ਨਾ ਭੁੱਲਦਾ, ਉਹ ਕਹਿੰਦਾ ਆ ਤੇ ਉਹ ਹੀ ਆ ਜਿਹੜਾ 6ਵਾਂ ਚੋਰ ਸੀ। ਰਾਜੇ ਨੇ ਆਖਿਆ ਤੁਸੀਂ ਚੋਰੀ ਕੀਤੀ? ਕਹਿੰਦੇ ਜੀ ਜਨਾਬ ਕੀਤੀ ਹੈ, ਅੰਨਦਾਤਾ ਕੀਤੀ ਆ। ਕਹਿੰਦਾ ਫਿਰ ਸਜ਼ਾ? ਕਹਿੰਦੇ ਜੀ ਅਸੀਂ 5 ਨੇ ਆਪੋ ਆਪਣਾ ਪਾਰਟ ਅਦਾ ਕੀਤਾ ਵਾ, ਆਪ ਦਾ ਗੁਣ ਨਿਭਾਇਆ ਵਾ। ਤੇ ਉਹ ਰਾਜੇ ਆਪਣਾ ਰਾਜਾ ਕਹਿੰਦਾ ਵੀ ਹੋਰ ਵੀ ਕੋਈ ਨਾਲ ਸੀ ਤੁਹਾਡੇ? ਕਹਿੰਦੇ ਤੂੰ। ਹੁਣ ਤੁਸੀਂ ਆਪ ਦਾ ਗੁਣ ਨਿਭਾਓ, ਅਸੀਂ ਤੇ 5 ਨੇ ਆਪਣਾ ਨਿਭਾਤਾ ਰਾਤੀ। ਇੱਕ ਨੇ ਕੁੱਤੇ ਦੀ ਭਾਸ਼ਾ ਸਮਝ ਲਈ, ਦੂਜਾ ਕੰਨ ਤੇ ਚੜ ਗਿਆ, ਤੀਜੇ ਨੇ ਦੱਸਤਾ ਵੀ ਇੱਥੇ ਇੰਨੇ ਪੈਸੇ ਪਏ ਆ, ਚੌਥੇ ਨੇ ਜਿਹੜਾ ਸ਼ਕਲ ਨਹੀਂ ਸੀ ਭੁੱਲਦਾ ਵੀ ਹੁਣ ਤੇਰੀ ਵਾਰੀ ਆ। ਉਹ ਕਹਿੰਦਾ ਗਾਂ ਤੋਂ ਚੋਰੀ ਤਾਂ ਨਹੀਂ ਕਰਦੇ? ਉਹ ਕਹਿੰਦੇ ਜੀ ਨਹੀਂ। ਉਹਨੇ ਫਿਰ ਦਾੜੀ ਹਿਲਾਈ, ਮੈਨੇ ਬੋਲਿਆ। ਜਦੋਂ ਬੋਲਿਆ ਫਿਰ ਦਾੜਾ ਹਿਲਦਾ ਨਾ,
ਉਹ ਬੋਲਿਆ ਤੇ ਗੁਨਾਹ ਮਾਫ ਹੋਏ। ਹੁਣ ਇਹ ਸਾਖੀ ਬੜੀ ਸੋਹਣੀ ਆ ਤੇ ਆਪਣੇ ਮੌਲਾਨਾ ਰੂਮੀ ਸਾਹਿਬ ਨੇ ਲਿਖੀ ਆ, ਜਿਹੜੇ ਸੂਫੀ ਫਕੀਰ ਹੋਏ ਨਾ, ਬ੍ਰਹਮ ਗਿਆਨੀ, ਵਿਦਵਾਨ ਵੀ ਤੇ ਫਕੀਰ ਵੀ, ਸੰਤ ਵੀ। ਦੋ ਗੱਲਾਂ ਨਹੀਂ ਹੁੰਦੀਆਂ। ਜੇ 90% ਵਿਦਵਾਨ ਕੱਲਾ ਵਿਦਵਾਨ ਹੀ ਹੁੰਦਾ ਹੈ ਤੇ ਨਾਮ ਜਪਣ ਵਾਲਾ ਕੱਲਾ ਨਾਮ ਜਪਣ ਵਾਲਾ ਹੀ ਹੁੰਦਾ ਹੈ। ਉਹ ਫਿਰ ਸਾਖੀ ਦਾ ਨਿਚੋੜ ਕੱਢਦੇ ਆ, ਇਹ ਰੱਬ ਤੇਰੇ ਹਰ ਕੰਮ 'ਚ ਤੇਰੇ ਨਾਲ ਤੇ ਤੇਰੇ ਅੰਦਰ ਸੋਚ ਵੀ ਆਉਂਦੀ ਆ ਮਾੜਾ ਕੰਮ ਕਰਨ ਲੱਗਿਆ ਵੀ ਨਾ ਕਰ, ਤੂੰ ਫਿਰ ਉਹਨੂੰ ਅੱਖੋਂ ਓਹਲੇ ਕਰਕੇ ਅਣਗੌਲਿਆ ਕਰਕੇ ਕਰਦਾ ਵਾ। ਮਾੜਾ ਕਰ ਚੰਗਾ ਕਰ, ਉਹ ਹੈ ਤੇਰੇ ਅੰਦਰ, ਹਰ ਕੰਮ ਨੂੰ ਦੇਖਦਾ ਹੈ ਤੇ ਤੈਨੂੰ ਤੇਰੇ ਕਰਮ ਦੀ ਸਜ਼ਾ ਮਿਲੇਗੀ, ਕਿਉਂਕਿ ਹਰ ਕੰਮ ਦੇ ਵਿੱਚ ਉਹ ਹਾਜ਼ਰ ਹੁੰਦਾ ਹੈ। ਇਸ ਕਰਕੇ 10ਵੇਂ ਪਾਤਸ਼ਾਹ ਕੀ ਕਹਿੰਦੇ ਆ, ਜਲੇ ਹੈ ਥਲੇ ਹੈ। ਜਲ ਮੈਨੇ ਨਮੀ, ਜਿੱਥੇ ਰੱਬ ਭਾਵਨਾ ਵਾਲਿਆਂ ਦੇ ਵਿੱਚ ਬੈਠਾ ਵਾ, ਉੱਥੇ ਥਲ ਭਾਵੇਂ ਖੁਸ਼ਕ ਨੇ, ਪਾਪੀ ਨੇ, ਚੋਰ ਨੇ, ਬੈਠਾ ਤੇ ਉਹਨਾਂ ਦੇ ਅੰਦਰ ਵੀ ਆ, ਤਾਂ ਉਹਨਾਂ ਦੇ ਵਿੱਚ ਵੀ ਉਹਦਾ ਨਿਵਾਸ ਮਹਾਰਾਜ ਦੱਸਦੇ ਹਨ। ਅਭੀਤ ਹੈ ਅਭੇ ਹੈ। ਅਭੀਤ ਦਾ ਅਰਥ ਮਹਾਂਪੁਰਖਾਂ ਨੇ ਬੜਾ ਸੋਹਣਾ ਕੀਤਾ। ਸਿੰਧੀ ਭਾਸ਼ਾ ਵਿੱਚ ਭੀਤ ਨੂੰ ਕਹਿੰਦੇ ਚੋਗਾ, ਤੇ ਚੋਗੇ ਦਾ ਅਰਥ ਹੋਇਆ, ਭਾਵ ਅਰਥ ਕੀ ਹੋਇਆ, ਭੋਜਨ ਖਾਣਾ ਪੀਣਾ। ਜਿਵੇਂ ਸਾਡੇ ਸਰੀਰ ਖਾਣ ਪੀਣ ਤੇ ਟਿਕੇ ਹੋਏ ਨੇ, ਅੰਨ ਉੱਤੇ ਪ੍ਰਾਣ ਖੜੇ ਨੇ, ਤੇ ਉਪਨਿਸ਼ਦਾਂ ਦੇ ਵਿੱਚ ਕਿੱਡਾ ਸੋਹਣਾ ਲਿਖਿਆ, ਅੰਨ ਹੀ ਬ੍ਰਹਮ। ਅੰਨ ਦੇ ਵਿੱਚ ਬ੍ਰਹਮ ਭਾਵ ਲਿਆਓ, ਕਿਉਂ ਰੋਟੀ ਖਾਣ ਦੇ ਨਾਲ ਸੰਤੋਖ ਆਉਂਦਾ ਹੈ। ਇਹ ਥੋੜਾ ਜਿਹਾ ਸੰਤੋਖ ਰੋਟੀ 'ਚੋਂ ਮਿਲਦਾ ਹੈ, ਪਰ ਪੂਰਾ ਸੰਤੋਖ ਰੱਬ ਤੋਂ ਪ੍ਰਾਪਤ ਹੁੰਦਾ ਹੈ। ਜਦੋਂ ਤੁਸੀਂ ਰੋਟੀ ਖਾ ਲੈਂਦੇ ਆ, ਅੱਗ ਬੁੱਝ ਜਾਂਦੀ ਨਾ ਢਿੱਡ ਦੀ, ਸੰਤੁਸ਼ਟੀ। ਤੇ ਦੂਜਾ ਕੀ ਆਉਂਦੀ, ਪੁਸ਼ਟੀ, ਤਾਕਤ। ਇਸ ਕਰਕੇ ਉਪਨਿਸ਼ਦਾਂ ਦੇ ਵਿੱਚ ਸ਼ਬਦ ਆਇਆ ਸੀ, ਕੱਲ ਆਪਾਂ ਦੇਖਦੇ ਪਏ ਸੀ ਸਾਰੇ, ਵੀ ਉਹ ਕੀ ਸ਼ਬਦ ਆ ਰਿਹਾ ਸੀ ਨਾ, ਵੀ ਅੰਨ ਵਿੱਚ ਬ੍ਰਹਮ ਭਾਵ ਲਿਆਓ। ਅੰਨ ਖਾਣ ਲੱਗਿਆ ਰੱਬ ਦਾ ਨਾਂ ਲਓ, ਕਿਉਂ ਅੰਨ ਦੇ ਵਿੱਚ ਵੀ ਰੱਬ ਦਾ ਹਿੱਸਾ ਹੈ। ਉਹਦੀ ਇੱਕ ਅੰਸ਼ ਹੈ ਜਿਹੜੀ ਕੀ ਹੈ, ਸੰਤੁਸ਼ਟੀ। ਤਾਂ ਜਿਵੇਂ ਇੱਕ ਸ਼ਲੋਕ ਵੀ ਆਉਂਦਾ ਵੀ ਭੋਜਨ ਖਾਣ ਤੋਂ ਬਾਅਦ ਜਿਹੜੀ ਸੰਤੁਸ਼ਟੀ ਹੁੰਦੀ ਆ, ਮਨ ਸ਼ਾਂਤ ਹੋ ਜਾਂਦਾ ਕੁਝ ਚਿਰ ਲਈ, ਇਦਾਂ ਸਾਰੀ ਉਮਰ ਸ਼ਾਂਤ ਰਵੇ, ਫੇਰ ਜੰਮਣ ਮਰਨ ਤੋਂ ਬਾਹਰ ਹੁੰਦਾ ਹੈ। ਪਰ ਉਹ ਆਪਾਂ ਨੂੰ ਫੇਰ ਲੱਗ ਜਾਂਦੀ ਹੈ ਨਾ, ਫੇਰ ਮੂੰਹ 'ਚ ਪਾਣੀ ਆਉਂਦਾ ਵੀ ਹੁਣ ਹੋਰ ਕੋ ਖਾਈਏ। ਸਰੀਰ ਆ, ਸਰੀਰ ਦੇ ਧਰਮ। ਤਾਂ ਭੀਤ ਮੈਨੇ ਚੋਗਾ, ਚੋਗਾ ਮੈਨੇ ਭੋਜਨ। ਪਰਮੇਸ਼ਰ ਵਾਹਿਗੁਰੂ ਸਾਡੇ ਵਾਂਗ ਅੰਨ ਤੇ ਉਹਦੇ ਪ੍ਰਾਣ ਨਹੀਂ ਖਲੋਤੇ, ਵੀ ਉਹ ਪ੍ਰਸ਼ਾਦਾ ਨਾ ਛਕੂਗਾ ਤੇ ਸੁੱਕ ਜੂਗਾ, ਜਾਂ ਨਾ ਛਕੂਗਾ ਤੇ ਮੌਤ ਹੋ ਜੂਗੀ। ਅਭੀਤ ਮੈਨੇ ਚੋਗਾ, ਚੋਗਾ ਮੈਨੇ ਭੋਜਨ, ਭੋਜਨ ਖਾਣ ਤੋਂ ਰਹਿਤ ਹੈ। ਤੇ ਅਭੇ ਹੈ, ਸੌਖਾ ਕਿਸੇ ਤੇ ਭੇ ਭਿੱਜਦਾ ਨਹੀਂ। ਹੁਣ ਕਿੱਡਾ ਵੱਡਾ ਸ਼ਬਦ ਆਉਂਦਾ, ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਜੋਗ। ਇਸ ਪੂਰਾ ਸ਼ਬਦ ਹੈ। ਤੇ ਮਹਾਰਾਜ ਬਾਣੀ ਵਿੱਚ ਵੀ ਲਿਖਦੇ ਨੇ ਕਿ ਉਹ ਪਰਮੇਸ਼ਰ ਸੌਖਾ ਭਿੱਜਦਾ ਨਹੀਂ, ਪ੍ਰੇਮ ਕਰਕੇ ਵਸ ਚ ਆਉਂਦਾ। ਅਭੇ ਮੈਨੇ ਜਿਹੜਾ ਵਾਹਿਗੁਰੂ ਭੇਜਦਾ ਨਹੀਂ ਆ, ਕਰਮਾਂ ਧਰਮਾਂ ਕਰਕੇ। ਪ੍ਰਭੂ ਹੈ ਅਜੂ ਹੈ। ਪ੍ਰਭੂ ਕਹਿੰਦੇ ਨੇ ਮਾਲਕ ਨੂੰ, ਰਾਜੇ ਨੂੰ, ਬਾਦਸ਼ਾਹ ਨੂੰ। ਜਿਹੜਾ ਮਾਲਕ ਹੈ ਸਾਡਾ ਸਾਰੇ ਸੰਸਾਰ ਦਾ, ਉਹ ਪ੍ਰਭੂ ਪਰਮੇਸ਼ਰ ਕੀ ਹੈ, ਮਾਲਕ ਹੈ। ਜਾਂ ਫਿਰ ਪ੍ਰਭੂ ਜਿਹੜਾ ਭੂ ਸ਼ਬਦ ਹੈ, ਅੱਗੇ ਕੀ ਆ, ਪਰ, ਤੇ ਨਾਲ ਕੀ ਭੂ ਸ਼ਬਦ। ਭੂ ਦਾ ਅਰਥ ਕੀ ਹੋਇਆ, ਤਤ। ਇਹਦਾ ਭਾਵ ਅਰਥ ਕੀ ਹੋਇਆ, ਵਕਾਰ। ਵਕਾਰਾਂ ਤੋਂ, ਮੈਨੇ ਭੂਤਾਂ ਤੋਂ, ਪੰਜ ਭੂਤ, ਪੰਜ ਵਕਾਰਾਂ ਤੋਂ। ਕਿਉਂ ਭੂਤ ਦਾ ਅਰਥ ਜਿੱਥੇ ਤਤ ਆ, ਉੱਥੇ ਵਕਾਰ ਵੀ ਹੁੰਦਾ ਹੈ।
ਵਾਹਿਗੁਰੂ ਦੀ ਇੱਕ ਖਾਸੀਅਤ ਹੈ, ਬਾਦਸ਼ਾਹ ਤੇ ਉਹ ਹੈ, ਪਰ ਪੰਜਾਂ ਵਕਾਰਾਂ ਤੋਂ ਅੱਗੇ ਪੱਪਾ ਤੇ ਰਾਰਾ, ਅੱਧਾ ਰਾਰਾ ਪਰੇ ਆ। ਆ ਜਿਹੜੇ ਦੁਨਿਆਵੀ ਬਾਦਸ਼ਾਹ ਨੇ, ਇਹ ਤਾਂ 365 ਵਿਆਹ ਕਰਾਈ ਫਿਰਦੇ ਨੇ। ਉਹ ਕਿਦਾਂ ਦਾ ਬਾਦਸ਼ਾਹ ਵਾ? ਜੇ ਉਹ ਬਾਦਸ਼ਾਹ ਵਾ ਤੇ ਬਾਦਸ਼ਾਹ ਤੇ ਇਹ ਵੀ ਬਣਦੇ ਫਿਰਦੇ ਆ, ਰੀਸ ਤੇ ਰੱਬ ਦੀ ਕਰਦੇ ਆ ਸਾਰੇ। ਪਰ ਉਹ ਕਿਦਾਂ ਦਾ ਬਾਦਸ਼ਾਹ ਵਾ ਜਿਹੜਾ ਮੈਨੇ ਭੂਤ, ਤੇ ਭੂਤ ਦਾ ਅਰਥ ਕੀ ਹੁੰਦਾ? ਜਿੱਥੇ ਤੱਤ ਹੁੰਦਾ ਉੱਥੇ ਵਕਾਰ ਵੀ, 5 ਵਕਾਰ ਮੰਨੇ ਨਾ, ਕਾਮ, ਕ੍ਰੋਧ, ਲੋਭ, ਅਹੰਕਾਰ, ਇਹਨਾਂ ਵਕਾਰਾਂ ਤੋਂ ਪਰ ਪਰੇ ਹੈ। ਤੇ ਜੇ ਭੂ ਦਾ ਅਰਥ ਕਰੀਏ ਤੱਤ, ਤੇ ਤੱਤਾਂ ਦਾ ਸਰੀਰ ਸਾਡਾ, ਬੰਦੇ ਦਾ ਤੱਤਾਂ ਦਾ ਸਰੀਰ ਹੈ ਨਾ। 5 ਤੱਤ ਤੇ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਸ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਤਾਂ ਇਹਨਾਂ ਤੱਤਾਂ ਵਾਲੇ ਸਰੀਰ ਤੋਂ ਪਰੇ ਉਹਦਾ ਸਰੀਰ ਸਾਡੇ ਵਰਗਾ ਨਹੀਂ, ਤੱਤਾਂ ਤੋਂ ਰਹਿਤ ਮਾਇਕੀ ਸਰੀਰ ਜਿਹੜਾ ਹੈ ਦਰਸ਼ਨ ਦੇਣ ਵਾਸਤੇ। ਐਸਾ ਉਹਦਾ ਸਰੂਪ ਮਹਾਰਾਜ ਦੱਸਦੇ ਹਨ। ਤੇ ਫਿਰ ਕਹਿੰਦੇ ਨੇ ਅਜੂ ਹੈ। ਹੁਣ ਜੂ ਦਾ ਅਰਥ ਜੂਹ ਕਰੀਏ ਤੇ ਜੂ ਕੀ ਹੋਈ? ਹੱਦਬੰਦੀ। ਇੱਥੋਂ ਤੱਕ ਉਹਦੀ ਜੂ ਆ। ਪਰਮੇਸ਼ਰ ਹੱਦਬੰਦੀ ਤੋਂ ਰਹਿਤ ਹੈ। ਤੇ ਜੂ ਦਾ ਅਰਥ ਜੂਆ ਵੀ ਹੁੰਦਾ ਹੈ। ਤੇ ਧਾਰਮਿਕ ਗ੍ਰੰਥਾਂ 'ਚ ਸੰਸਾਰ ਨੂੰ ਜੂਆ ਮੰਨਿਆ ਹੈ। ਜੂਏ ਦਾ ਭਾਵ ਕੀ ਹੋਇਆ? ਧੋਖਾ। ਵੀ ਜਿੱਥੇ ਲਾਉਣੇ ਆ ਤੇ ਬਾਅਦ ਧੋਖਾ ਹੋਣਾ ਵਾ। ਇੱਥੇ ਸਰੀਰ ਲਾਉਣਾ ਵਾ, ਸਵਾਸ ਲਾਉਣੇ ਆ, ਤੇ ਜਿੰਨਾ ਬਦਲੇ ਸਾਰੀ ਉਮਰ ਕਮਾਉਣਾ ਵਾ, ਪੈਸੇ ਬਣਾਉਣੇ ਆ, ਉਹਨਾਂ ਅਖੀਰ ਤੇ ਸਾਥ ਨਹੀਂ ਦੇਣਾ। ਇਸ ਕਰਕੇ ਸੰਸਾਰ ਨੂੰ ਜੂਆ ਆਖਿਆ। ਤਾਂ ਇਸ ਸੰਸਾਰ ਰੂਪੀ ਜੂਏ ਤੋਂ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਰਹਿਤ ਹੈ। ਆਦੇਸ ਹੈ ਅਪੇਸ ਹੈ। ਹੁਣ ਆਦੇਸ ਖਾਸ ਦੇਸ਼ ਤੋਂ ਰਹਿਤ। ਦੇਸ਼ ਮੈਨੇ ਜਗ੍ਹਾ। ਇਹ ਨਹੀਂ ਆ ਵੀ ਰੱਬ ਫਲਾਨੀ ਜਗ੍ਹਾ ਤੇ ਬੈਠਾ ਹੈ। ਜਿਹੜਾ ਇਸਲਾਮ ਧਰਮ ਹੈ, ਇਹ ਪਹਿਲਾਂ ਯਹੂਦੀਆਂ ਵਾਂਗ ਕਿਬਲਾ ਵਾਲੇ ਪਾਸੇ ਮਸਤਕ ਝੁਕਾਉਂਦਾ ਹੁੰਦਾ ਸੀ। ਮੌਲਵੀ ਜੀ ਦੱਸਦੇ ਨੇ, ਗਿਆਨੀ ਗੁਰਪ੍ਰੀਤ ਸਿੰਘ ਜੀ ਵੈਦ ਨੂੰ ਉਹਨਾਂ ਦੱਸਿਆ ਵੀ ਜਿਹੜਾ ਯਹੂਦੀ ਧਰਮ ਹੈ ਇਹ ਕਿਬਲਾ ਵਾਲੇ ਪਾਸੇ ਸਿਰ ਝੁਕਾਉਂਦਾ ਹੈ। ਤੇ ਜਦੋਂ ਮੁਸਲਮਾਨ ਧਰਮ ਸ਼ੁਰੂ ਹੋਇਆ, ਮੁਹੰਮਦ ਸਾਹਿਬ ਨੇ ਸ਼ੁਰੂ ਕੀਤਾ, ਤੇ ਇਹ ਨਮਾਜ਼ ਪੜ੍ਹ ਕੇ ਪਹਿਲਾਂ ਕਿਬਲਾ ਵਾਲੇ ਪਾਸੇ ਇਹ ਵੀ ਸਿਰ ਝੁਕਾਉਂਦੇ ਸੀ। ਤੇ ਫਿਰ ਯਹੂਦੀਆਂ ਨੇ ਆਖਿਆ ਵੀ ਫਿਰ ਤੁਹਾਡਾ ਧਰਮ ਦਾ ਫਰਕ ਕੀ ਆ? ਅਸੀਂ ਵੀ ਕਿਬਲਾ ਵਾਲੇ ਬੰਨੇ ਮੱਥਾ ਟੇਕਦੇ ਹਾਂ, ਤੁਸੀਂ ਵੀ ਕਿਬਲਾ ਵਾਲੇ ਬੰਨੇ ਸਿਰ ਝੁਕਾਉਂਦੇ ਹੋ। ਉਹਦੇ ਬਾਅਦ ਫਿਰ ਮੱਕੇ ਵਾਲੇ ਪਾਸੇ ਸਿਰ ਝੁਕਾਉਣਾ ਸ਼ੁਰੂ ਕੀਤਾ ਵੀ ਕੱਲ ਨੂੰ ਕਿਤੇ ਯਹੂਦੀ ਨਾ ਕਹਿ ਦੇਣ ਵੀ ਇਹ ਵੀ ਕਿਬਲਾ ਵਾਲੇ ਪਾਸੇ ਝੁਕਾਉਂਦੇ ਆ, ਅਸੀਂ ਵੀ ਕਿਬਲਾ ਵਾਲੇ ਪਾਸੇ ਝੁਕਾਉਂਦੇ ਆ। ਤੇ ਫਰਕ ਕੀ ਆ? ਐਵੇਂ ਵੱਖਰਾ ਧਰਮ ਬਣਾਈ ਫਿਰਦੇ ਤੁਸੀਂ ਆਪਦਾ। ਤੁਹਾਡੇ ਤੇ ਸਾਡੇ ਧਰਮ 'ਚ ਫਰਕ ਕੀ ਹੈ? ਤਾਂ ਇਦਾਂ ਦੇਸ਼ ਕਲਪੇ ਹੋਏ ਆ। ਕੋਈ ਕਿਸੇ ਬੰਨੇ ਮੱਥਾ ਟੇਕਦਾ, ਕੋਈ ਕਿਸੇ ਬੰਨੇ ਮੱਥਾ ਟੇਕਦਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਨਿਰਾਕਾਰ ਨਿਰਗੁਣ ਬ੍ਰਹਮ ਹੈ, ਜਿਹੜਾ ਜੋਤ ਰੂਪ ਬ੍ਰਹਮ ਹੈ, ਪ੍ਰਕਾਸ਼ ਰੂਪ ਬ੍ਰਹਮ ਹੈ, ਉਹਦਾ ਕੋਈ ਖਾਸ ਦੇਸ਼ ਨਹੀਂ। ਕਿਉਂ? ਕਿਉਂਕਿ ਉਹ ਤੇ ਹਰ ਥਾਂ ਤੇ ਹੀ ਬੈਠਾ ਹੈ, ਹਰ ਜਗ੍ਹਾ ਤੇ ਹੀ ਬੈਠਾ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਆਪਾਂ ਹੁਣੇ ਹੀ ਪੜ੍ਹਿਆ ਵਾ, ਜਲੇ ਹੈ ਥਲੇ ਹੈ, ਹਰ ਜਗ੍ਹਾ ਤੇ ਹੀ। ਔਰ ਆਦੇਸ਼ ਦਾ ਅਰਥ ਹੁੰਦਾ ਨਮਸਕਾਰ। ਆਦੇਸ਼ ਬਾਬਾ ਆਦੇਸ਼, ਉਸ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਉਹ ਨਮਸਕਾਰ ਕਰਨੇ ਯੋਗ ਹੈ। ਕਿਉਂ? ਜਿਹੜਾ ਨਮੋ ਸ਼ਬਦ ਆ ਨਾ, ਨਮੋ ਪਿੱਛੇ ਕਿੰਨਾ ਆਇਆ ਸੀ। ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਨਮੋ, ਨਮੋ ਦਾ ਅਰਥ ਹੈ ਨਮਸਕਾਰ। ਤੇ ਇਹਦਾ ਜੇ ਸੌਖਾ ਜਿਹਾ ਅਰਥ ਕਰਨਾ ਹੋਵੇ ਨਾ ਵੀ ਨਮੋ ਦਾ ਅਰਥ ਕੀ ਹੈ, ਨੰਨੇ ਨੂੰ ਪਾਸੇ ਕਰ ਦੋ, ਮਾਂ ਨੂੰ ਪਾਸੇ ਕਰ ਦੋ, ਮਾਂ ਸ਼ਬਦ ਨੂੰ ਪਾਸੇ ਕਰ ਦੋ। ਨਾਮੋ,
ਜਿੱਥੇ ਮੋਹ ਨਾ ਹੋਵੇ, ਜਿੱਥੇ ਮਮਤਾ ਨਾ ਹੋਵੇ, ਜਿੱਥੇ ਹੰਗਤਾ ਨਾ ਹੋਵੇ, ਉਹ ਨਮਸਕਾਰ ਕਰਨ ਯੋਗ ਹੁੰਦੇ ਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਉਹ ਨਮਸਕਾਰ ਕਰਨ ਦੇ ਯੋਗ ਹੁੰਦੇ ਨੇ। ਤਾਂ ਐਸੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਅਭੇਸ ਹੈ, ਕੋਈ ਖਾਸ ਭੇਸ ਨਹੀਂ, ਕਿਉਂਕਿ ਸਾਰੇ ਭੇਸ ਉਹਦੇ ਹੀ ਨੇ, ਉਸ ਵਾਹਿਗੁਰੂ ਦੇ ਹੀ ਰੰਗ ਨੇ ਸਾਰੇ। ਤਾਂ ਕੋਈ ਖਾਸ ਭੇਸ ਨਹੀਂ ਵੀ ਆਹ ਫਲਾਣੇ ਕੱਪੜੇ ਪਾ ਲਓ ਤੇ ਸ਼ਾਇਦ ਮਿਲ ਜਾਵੇ, ਜੋਗੀਆਂ ਵਾਲੇ ਪਾ ਜਾਓ ਫੇਰ ਮਿਲੇਗਾ, ਸੰਨਿਆਸੀਆਂ ਵਾਲਾ ਭੇਖ ਗ੍ਰਹਿਣ ਕਰ ਲਓ ਫੇਰ ਮਿਲੇਗਾ, ਜੰਗਮ ਬਣ ਜਾਓ ਫੇਰ ਮਿਲੇਗਾ। ਖਾਸ ਭੇਖ ਨਹੀਂ, ਉਹ ਤਾਂ ਭਾਵਨਾ ਕਰਕੇ ਪ੍ਰਾਪਤ ਹੁੰਦਾ ਹੈ, ਸ਼ਰਧਾ ਕਰਕੇ ਪ੍ਰਾਪਤ ਹੁੰਦਾ ਹੈ। ਤਾਂ ਮਹਾਰਾਜ ਫਰਮਾਉਂਦੇ ਹਨ, ਭੁਜੰਗ ਪ੍ਰਿਆਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵਾਹਿਗੁਰੂ ਜੀ ਦੀ ਉਸਤਤ ਦੇ ਵਿੱਚ ਭੁਜੰਗ ਪ੍ਰਿਆਤ ਛੰਦ ਉਚਾਰਨ ਕਰਦੇ ਨੇ, ਨਿਮਰਤਾ ਸਿਖਾਉਂਦੇ ਨੇ ਸਿੱਖਾਂ ਨੂੰ। ਤੋ ਪ੍ਰਸਾਦ ਤੇਰੀ ਕਿਰਪਾ ਨਾਲ, ਹੇ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ, ਇਹ ਉਸਤਤ ਵੀ ਤੇਰੀ ਕਿਰਪਾ ਦੇ ਨਾਲ ਹੈ। ਅਗਾਧੇ ਅਬਾਧੇ ਆਨੰਦੀ ਸਰੂਪੇ, ਗਾਦ ਕਹਿੰਦੇ ਨੇ ਡੁੰਗਿਆਈ ਦੀ ਉਹ ਹੱਦ ਜਿਹੜੀ ਮਾਪਣ ਚ ਆ ਜੇ। ਜਿਵੇਂ ਫਲਾਨਾ ਤਲਾਬ ਇੰਨਾ ਡੂੰਘਾ ਵਾ, ਉਹ ਤੋਂ ਵੱਧ ਨਹੀਂ। ਇਸੇ ਤਰ੍ਹਾਂ ਫਲਾਨਾ ਥਾਂ, ਫਲਾਨਾ ਸਰੋਵਰ ਇੰਨਾ ਡੂੰਘਾ ਹੈ, ਉਹ ਤੋਂ ਵੱਧ ਨਹੀਂ। ਕੋਈ ਖੂਹ ਹੈ, ਉਹ ਇੰਨਾ ਡੂੰਘਾ ਹੈ, ਉਹ ਤੋਂ ਵੱਧ ਨਹੀਂ। ਗਾਦ ਕਹਿੰਦੇ ਨੇ ਉਹ ਹੱਦ ਜਿਹੜੀ ਮਿਣਨ ਦੇ ਵਿੱਚ ਆ ਗਈ, ਉਹ ਡੰਗਿਆਈ ਜਿਹੜੀ ਮਿਣ ਚ ਆ ਗਈ ਵੀ ਇੰਨਾ ਕੀ ਡੂੰਘਾ ਵਾ। ਪਰ ਅੱਗੇ ਮਹਾਰਾਜ ਨੇ ਕੀ ਲਾਤਾ, ਆ ਰਹਿਤ ਗਾਦ ਤੋਂ, ਹੱਦ ਤੋਂ। ਉਹ ਪਰਮੇਸ਼ਰ ਇੰਨਾ ਡੂੰਘਾ ਹੈ ਕਿ ਉਹਨੂੰ ਸੰਸਾਰ ਦੇ ਲੋਕ, ਦਾਨੇ ਪੁਰਸ਼ ਆਪਣੀ ਮੱਤ ਦੇ ਨਾਲ ਉਹਦੀ ਡੁੰਗਿਆਈ ਦੀ ਹੱਦ ਨਹੀਂ ਮਿਣ ਸਕਦੇ, ਉਹਦਾ ਅੰਤ ਨਹੀਂ ਪਾ ਸਕਦੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨਹਿ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਹੈ। ਆਖੇ ਤਾਂ ਵੇਖੇ ਸਭ ਤੂੰ ਹੈ। ਤਾਂ ਮਹਾਰਾਜ ਫਰਮਾਉਂਦੇ ਨੇ ਅਗਾਧ, ਤੇ ਇਸ ਤੋਂ ਬਾਅਦ ਕੀ ਕਹਿੰਦੇ ਨੇ, ਅਬਾਧੇ। ਹੁਣ ਆਬਾਦ ਜਿਹੜਾ ਸ਼ਬਦ ਹੈ, ਇਹਦੇ ਅਰਥ ਸਤਿਪੁਰਸ਼ਾਂ ਨੇ ਬੜੇ ਡੂੰਘੇ ਕੀਤੇ ਨੇ। ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਬਾਦ ਤੋਂ ਜੇ ਵਿੱਚੋਂ ਕੰਨਾ ਕੱਢ ਦਈਏ ਤਾਂ ਨਿਕਲਦਾ ਹੈ ਬੱਧ। ਜਿੱਥੇ ਬਾਦ ਦਾ ਅਰਥ ਵਿਦਵਾਨਾਂ ਨੇ ਕੀਤਾ ਰੋਕਣਾ, ਰੋਕ ਦੇਣਾ ਕਿਸੇ ਨੂੰ, ਉਹਦਾ ਭਾਵ ਅਰਥ ਕੀ ਹੋਇਆ? ਮੰਨ ਲਓ ਕੋਈ ਤਗੜਾ ਬੰਦਾ ਕਿਸੇ ਬਾੜੇ ਨੂੰ ਰੋਕਦਾ ਹੈ, ਤੇ ਭਾਵ ਕੀ? ਦੁੱਖ ਦੇਣਾ। ਤਾਂ ਬਾਦ ਦਾ ਅਰਥ ਕੀ ਕਰਦੇ? ਦੁੱਖ ਦੇਣਾ। ਇਸੇ ਤਰ੍ਹਾਂ ਬੱਧ ਤੇ ਬਾਦ, ਜੇ ਬੱਧ ਧਾਤੂ ਮੰਨੀਏ ਤਾਂ ਬੱਧ ਦਾ ਅਰਥ ਕੀ ਹੋਇਆ? ਨਾਸ ਕਰਨਾ। ਤੇ ਬਾਦ ਧਾਤੂ ਮੰਨੀਏ ਕੀ ਹੋਇਆ? ਦੁੱਖ, ਦੁੱਖ ਦੇਣਾ। ਤਾਂ ਵਿਦਵਾਨ ਪੁਰਸ਼ ਫਿਰ ਅਰਥ ਕਰਦੇ ਨੇ ਕਿ ਹੇ ਅਕਾਲ ਪੁਰਖ, ਤੂੰ ਗਾਦੇ ਮੈਨੇ ਥਾ ਤੋਂ ਹਾਥ ਤੋਂ ਰਹਿਤ ਹੈ, ਤੇ ਤੇਰਾ ਕਦੇ ਵਾਧੇ ਨਾਸ਼ ਨਹੀਂ ਹੁੰਦਾ, ਜਾਂ ਫਿਰ ਵਾਧੇ ਕੋਈ ਤੈਨੂੰ ਦੁੱਖ ਨਹੀਂ ਦੇ ਸਕਦਾ, ਕੋਈ ਵੀ ਦੁੱਖ ਤੇਰੇ ਤੇ ਲਾਗੂ ਨਹੀਂ ਹੁੰਦਾ। ਆਨੰਦੀ ਸਰੂਪੇ, ਹੇ ਅਕਾਲ ਪੁਰਖ ਜੀ, ਆਨੰਦੀ ਮੈਨੇ ਆਨੰਦ ਵਾਲਾ, ਖੁਸ਼, ਪ੍ਰਸੰਨਤਾ ਵਾਲਾ। ਤੂੰ ਸਦਾ ਹੀ ਆਨੰਦ ਸਰੂਪ ਹੈ। ਬ੍ਰਹਮ ਗਿਆਨੀਆਂ ਦਾ ਵੀ ਵੇਦਾਂ ਦੇ ਵਿੱਚ, ਸ਼ੁਰਤੀਆਂ ਦੇ ਵਿੱਚ ਲਕਸ਼ਣ ਆਉਂਦਾ ਨਾ ਵੀ ਬ੍ਰਹਮ ਗਿਆਨੀ ਕੌਣ? ਤਾਂ ਕਹਿੰਦੇ ਜੀ ਵੀ ਬ੍ਰਹਮ ਗਿਆਨੀ ਉਹ ਆ ਵੀ ਜਿਹੜਾ ਦੁੱਖ ਤੋਂ ਪਰੇ ਆ। ਤਰਤੀ ਸ਼ੋਕ ਆਤਮ ਬਿਤ, ਆਤਮ ਬਿਤਾ ਸ਼ੋਕ ਨੂੰ ਤਰ ਜਾਂਦਾ ਵਾ। ਪਰਮੇਸ਼ਰ ਕਿੱਦਾਂ ਦਾ ਹੈ? ਆਨੰਦ ਸਰੂਪ।
ਜਿਹਦੇ ਵਿੱਚ ਦੁੱਖ ਲੇਸ਼ ਮਾਤਰ ਵੀ ਨਹੀਂ ਹੈ, ਜਿਹਦੀ ਪ੍ਰਾਪਤੀ ਤੋਂ ਬਾਅਦ ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ ਨੇ, ਉਹ ਵੀ ਸਰੀਰਕ ਦੁੱਖ, ਮਾਨਸਿਕ ਦੁੱਖ ਦਾ ਅਸਰ ਉਹਨਾਂ ਤੇ ਪੈਂਦਾ ਨਹੀਂ। ਹੁਣ ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀ ਲੋਹ ਤੇ ਬੈਠੇ, ਪਰ ਉਹਨਾਂ ਦੇ ਸ਼ਬਦ ਕਿਦਾਂ ਦੇ ਨੇ, ਤੇਰਾ ਕੀਆ ਮੀਠਾ ਲੱਗੇ। ਹੁਣ ਕੋਈ ਕਿਸੇ ਨੂੰ ਦੁੱਖ ਦਵੇ ਤੇ ਇਹ ਤਾਂ ਤੇ ਅਜੇ ਤੱਕ ਨਹੀਂ ਕਿਸੇ ਨੇ ਕਿਹਾ ਵੀ ਬਹੁਤ ਮਿੱਠਾ ਲੱਗਦਾ ਪਿਆ। ਇਹ ਪੰਜਵੇਂ ਪਾਤਸ਼ਾਹ ਨੇ ਹੀ ਕਿਹਾ ਵਾ, ਜਾਂ ਨੌਵੇਂ ਪਾਤਸ਼ਾਹ ਨੇ ਕਿਹਾ ਵਾ, ਜਾਂ ਸ਼ਹੀਦਾਂ ਨੇ ਕਿਹਾ ਹੈ। ਨਨਕਾਣਾ ਸਾਹਿਬ ਦਾ 100 ਸਾਲਾ ਸ਼ਹੀਦੀ ਸਾਕਾ ਕੱਲ ਨੂੰ ਸੰਗਤਾਂ ਮਨਾ ਰਹੀਆਂ ਨੇ। ਕਿੱਡੀ ਵੱਡੀ ਕੁਰਬਾਨੀ ਕੀਤੀ ਭਾਈ ਲਛਮਣ ਸਿੰਘ ਜੀ ਨੇ। ਮਹੰਤ ਨਰੈਣੂ ਜਿਹੜਾ ਕਿ ਜਾਇਦਾਦ ਦੀ ਆਮਦਨ ਤੋਂ ਵਿਗੜ ਚੁੱਕਾ ਸੀ, ਪੈਸਾ ਜ਼ਿਆਦਾ ਆਉਂਦਾ ਸੀ, ਅਯਾਸ਼ ਹੋ ਗਿਆ, ਤੇ ਇਹੋ ਜਿਹੇ ਕੁਕਰਮ ਗੁਰਦੁਆਰੇ 'ਚ ਹੀ ਕਰਨ ਲੱਗ ਪਏ ਸੀ ਨਨਕਾਣਾ ਸਾਹਿਬ, ਜਿਹੜੇ ਲੋਕ ਬਾਹਰ ਵੀ ਕਰਨ ਤੋਂ ਡਰਦੇ ਨੇ। ਭਾਈ ਲਛਮਣ ਸਿੰਘ ਜੀ ਦੇ ਜਥੇ ਨੂੰ ਰੋਕਣਾ ਚਾਹਿਆ, ਖਬਰ ਮਿਲੀ ਸਿੱਖਾਂ ਨੂੰ ਵੀ ਉਹਨੇ ਤਿਆਰੀ ਕੀਤੀ ਆ ਮਾਰਨ ਦੀ, ਪਰ ਇਹ ਅਰਦਾਸਾ ਕਰ ਚੁੱਕੇ ਸੀ ਤੇ ਅੱਗੇ ਜਾ ਚੁੱਕੇ ਸੀ। ਅਰਦਾਸ ਤੋਂ ਸਿੱਖ ਮੁੜਦਾ ਨਹੀਂ। ਅੱਧ ਮੀਲ ਦੂਰ ਸਰਦਾਰ ਉੱਤਮ ਸਿੰਘ ਦੀ ਫੈਕਟਰੀ ਸੀ, ਉੱਥੇ ਵੀ ਸੁਣਾ ਦਿੱਤਾ ਗਿਆ ਕਿ ਨਾ ਜਾਓ, ਤੇ ਸਿੱਖਾਂ ਨੇ ਕੀ ਆਖਿਆ ਸੀ ਵੀ ਅਸੀਂ ਤੇ ਅਰਦਾਸਾ ਕਰ ਚੁੱਕੇ ਹਾਂ। ਭਾਈ ਲਛਮਣ ਸਿੰਘ ਜੀ ਅੰਮ੍ਰਿਤ ਵੇਲੇ ਗਏ ਜਥੇ ਨਾਲ, ਮੱਥਾ ਟੇਕਿਆ, ਤਾਬਿਆ ਬਹਿ ਗਏ। ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਇਹ ਨਰੈਣੂ ਮਹੰਤ ਸ਼ਰਾਬ ਦੇ ਨਸ਼ੇ 'ਚ ਆਪਦੇ ਗੁੰਡਿਆਂ ਨਾਲ ਆਇਆ, ਗੋਲੀਆਂ ਚਲਾਈਆਂ। ਮਹਾਰਾਜ ਦਾ ਸਰੂਪ ਵੀ ਸ਼ਹੀਦ ਹੋਇਆ, ਸਰੂਪ ਦੇ ਵਿੱਚ ਗੋਲੀਆਂ ਲੱਗੀਆਂ, ਭਾਈ ਸਾਹਿਬ ਦੇ ਲੱਗੀਆਂ। ਫਿਰ ਇੰਨਾ ਜ਼ੁਲਮ ਢਾਇਆ ਕਿ ਉਹ ਸਿੱਖ ਸ਼ਾਂਤਮਈ ਰਹਿ ਕੇ ਇਹਨਾਂ ਦਾ ਜ਼ੁਲਮ ਸਹਿੰਦੇ ਰਹੇ ਤੇ ਜਿਉਂਦਿਆਂ ਨੂੰ ਵੱਢਿਆ। ਫਿਰ ਸਬੂਤ ਮਿਟਾਉਣ ਵਾਸਤੇ ਮਿੱਟੀ ਦਾ ਤੇਲ ਪਾ ਕੇ ਸਾੜੇ, ਜਿਉਂਦੇ ਸਿੱਖ ਮਿੱਟੀ ਦਾ ਤੇਲ ਪਾ ਕੇ ਸਾੜੇ। ਤੇ ਇੱਕ ਉਹਨਾਂ ਦੇ ਵਿੱਚ 11 ਸਾਲ ਦਾ ਬੱਚਾ ਜਿਹਨੂੰ ਪਤਾ ਹੀ ਨਹੀਂ ਸੀ, ਉਹ ਵੀ ਦਰਸ਼ਨ ਕਰਨ ਗਿਆ ਨਨਕਾਣਾ ਸਾਹਿਬ, ਉਹਨੂੰ ਵੀ ਉਸੇ ਮੌਤ ਮਾਰਿਆ। ਭਾਈ ਸਾਹਿਬ ਨੂੰ ਜਿਹੜਾ ਬਾਹਰ ਜੰਡ ਹੈ ਉਹਦੇ ਨਾਲ ਬੰਨ ਕੇ ਤੇਲ ਪਾ ਕੇ ਫੂਕਿਆ, ਸਾੜਿਆ, ਤੇ ਏਡੀ ਵੱਡੀ ਸ਼ਹੀਦੀ ਦੇ ਦਿੱਤੀ। ਉਹਦਾ ਕੱਲ ਨੂੰ ਨਨਕਾਣਾ ਸਾਹਿਬ ਦਾ ਸਾਕਾ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਬੰਦੀਆਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਸਾਰੇ ਮਨਾ ਰਹੇ ਨੇ ਆਪੋ ਆਪਣੇ ਸਥਾਨਾਂ ਤੇ, ਜਿੰਨੀ ਮਹਾਰਾਜ ਨੇ ਕਿਸੇ ਨੂੰ ਸਮਰੱਥਾ ਦਿੱਤੀ ਹੈ। ਤਾਂ ਕਹਿਣ ਤੋਂ ਭਾਵ ਇਹ ਗੁਰੂ ਮਹਾਰਾਜ ਜੀ ਇਦਾਂ ਦੇ ਹੋਏ ਨੇ ਜਿਹੜੇ ਉਸ ਅਵਸਥਾ ਨੂੰ ਪਹੁੰਚੇ ਹੋਏ ਸੀ ਜਿੱਥੇ ਦੁੱਖ ਨਹੀਂ, ਜਾਂ ਫਿਰ ਗੁਰੂ ਕੇ ਸਿੱਖਾਂ ਨੇ ਇਹੋ ਜਿਹੇ ਕਰਤੱਵ ਦਿਖਾਏ ਨੇ, ਇਹੋ ਜਿਹੇ ਸਾਕੇ ਕੀਤੇ ਨੇ, ਕੁਰਬਾਨੀਆਂ ਕੀਤੀਆਂ ਨੇ ਕਿ ਆਪਣੀ ਅਰਦਾਸ ਤੋਂ ਨਹੀਂ ਮੁੜਨਾ। ਭਾਵੇਂ ਸੁਣਾ ਆ ਗਿਆ ਵੀ ਨੁਕਸਾਨ ਹੋਊਗਾ, ਕਹਿੰਦੇ ਨਹੀਂ ਅਰਦਾਸਾ ਹੋ ਗਿਆ, ਹੁਣ ਜੋ ਹੋਊਗਾ ਵੇਖੀ ਜਾਊਗੀ, ਅਰਦਾਸ ਤੋਂ ਨਹੀਂ ਮੁੜਨਾ ਹੈ। ਭਾਈ ਲਛਮਣ ਸਿੰਘ ਜੀ ਤਾਂ ਵਾਹਿਗੁਰੂ ਦਾ ਲਕਸ਼ਮਣ ਕੀ ਆ, ਆਨੰਦੀ ਸਰੂਪੇ, ਜਿੱਥੇ ਦੁੱਖ ਨਹੀਂ, ਦੁੱਖ ਦਾ ਅਸਰ ਹੀ ਨਹੀਂ, ਲੇਸ਼ ਮਾਤਰ ਵੀ ਨਹੀਂ। ਤੇ ਸੰਤਾਂ ਦਾ ਲਕਸ਼ਣ ਵੀ ਇਹ ਹੀ ਆ, ਇਹ ਤਰਤੀ ਸ਼ੋਕ ਆਤਮ ਬਿਤ। ਕਿੰਨੀ ਸ਼ਰਧਾ ਹੋਗੀ ਮਹਾਰਾਜ ਉੱਤੇ, ਕਿੰਨੀ ਭਾਵਨਾ ਹੋਗੀ ਗੁਰੂ ਸਾਹਿਬ ਉੱਤੇ। ਤੇ ਗੱਲ ਤੇ ਫਿਰ ਸ਼ਰਧਾ ਦੀ ਆ ਬਈ, ਸ਼ਰਧਾ ਦਾ ਮੁੱਲ ਆ। ਅੰਮ੍ਰਿਤ ਉਹ ਹੀ ਆ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਛਕਿਆ ਸੀ, ਪਰ ਅੱਜ ਉਹ ਅੰਮ੍ਰਿਤ ਬਾਬਾ ਦੀਪ ਸਿੰਘ ਕਿਉਂ ਨਹੀਂ ਬਣਾ ਪਾ ਰਿਹਾ? ਕਿਉਂ? ਅੰਮ੍ਰਿਤ ਉਹ ਹੀ ਆ, ਪਰ ਛਕਣ ਵਾਲੇ ਦੀ ਸ਼ਰਧਾ ਘਟ ਗਈ। ਅੰਮ੍ਰਿਤ ਉਹ ਹੀ ਆ ਜਿਹੜਾ ਭਾਈ ਤਾਰੂ ਸਿੰਘ ਨੇ ਛਕਿਆ ਸੀ ਤੇ ਕੈਂਚੀ ਨਹੀਂ ਲਵਾਈ ਆਪਣੇ ਕੇਸਾਂ ਨੂੰ, ਖੋਪਰਾ ਲੈ ਗਿਆ। ਭਾਈ ਮਨੀ ਸਿੰਘ ਜੀ ਨੇ ਬੰਦ ਕਟਾ ਲਿਆ ਵੀ ਨਹੀਂ ਕੇਸ ਕਟਾਉਣੇ,
ਬੰਦ ਬੰਦ ਕੱਟਣਾ ਕੱਟ ਦਿਓ, ਸਰੀਰ ਦਾ ਕੇਸ ਨਹੀਂ ਕਟਾਉਣੇ। ਅੰਮ੍ਰਿਤ ਤੇ ਉਹੋ ਹੀ ਆ ਤੇ ਬਾਣੀ ਵੀ ਉਹੋ ਹੀ ਹੈ। ਇਹ ਨਾ ਕਹੋ ਵੀ ਬਾਣੀ 'ਚ ਸ਼ਕਤੀ ਘਟ ਗਈ, ਅੰਮ੍ਰਿਤ ਸ਼ਕਤੀ ਘਟ ਗਈ। ਬਾਣੀ ਵੀ ਉਹੀ ਹੈ, ਅੰਮ੍ਰਿਤ ਵੀ ਉਹੀ ਹੈ। ਸਿੱਖ ਦੀ ਭਾਵਨਾ ਘਟ ਗਈ ਹੈ, ਸਿੱਖ ਦੀ ਸ਼ਰਧਾ ਘਟ ਗਈ ਹੈ। ਹੁਣ ਉਦਾਹਰਣ ਦੇ ਤੌਰ ਤੇ ਪੰਥ ਰਤਨ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜਦੋਂ ਅੰਮ੍ਰਿਤ ਛਕਿਆ ਕੇਸਗੜ੍ਹ ਸਾਹਿਬ ਤਖਤ ਸਾਹਿਬ ਤੇ, ਤਾਂ ਉਹ ਮਹਾਂਪੁਰਖ ਲਿਖਦੇ ਨੇ ਵੱਡੇ ਵੀ ਉਹਨਾਂ ਦੇ ਗੁਰਮੰਤਰ ਸਵਾਸ ਸਵਾਸ ਚੱਲ ਪਿਆ ਸੀ। ਗੁਰਮੁਖ ਰੋਮ ਰੋਮ ਹਰਤਿਆ। ਦੂਜਿਆਂ ਨੇ ਵੀ ਛਕਿਆ ਹੋਵੇਗਾ, ਜਿਨ੍ਹਾਂ ਦੂਜਿਆਂ ਨੇ ਨਾਲ ਛਕਿਆ ਸੀ ਉਹਨਾਂ ਦੇ ਚੱਲਿਆ ਸੀ, ਸੰਤਾਂ ਦੇ ਕਿਉਂ ਚੱਲਿਆ? ਅੰਮ੍ਰਿਤ ਤੇ ਬਰਾਬਰ ਹੀ ਛਕਿਆ ਸਾਰਿਆਂ ਨੇ, ਪਰ ਸੰਤਾਂ ਵਰਗੀ ਭਾਵਨਾ ਕੌਣ ਲਿਆਊਗਾ? ਸੰਤਾਂ ਵਰਗਾ ਯਕੀਨ ਕਿਉਂ ਲਿਆਊਗਾ? ਤੇ ਆਪਾਂ ਕੱਲ ਪੜ੍ਹਦੇ ਪਏ ਸੀ ਨਾ ਵਿਗਿਆਨਮੈ ਕੋਸ਼। ਵਿਗਿਆਨਮੈ ਨੇ ਬੁੱਧੀ, ਤੇ ਬੁੱਧੀ ਦੀ ਨਿਸ਼ਚਿਤ ਬਿਰਤੀ। ਸ਼ਰਧਾ ਕਿਹਨੂੰ ਕਹਿੰਦੇ ਆ? ਵਿਸ਼ਵਾਸ ਕਿਹਨੂੰ ਕਹਿੰਦੇ ਆ? ਬੁੱਧੀ ਦੀ ਮਤ ਦੀ ਸੁਰਤ, ਆਪਣੀ ਨਿਸ਼ਚਿਤ ਸੁਰਤੀ ਬਿਰਤੀ ਕਹਿ ਲੋ। ਉਹ ਯਕੀਨ ਵਾਲੀ ਬਿਰਤੀ ਜਿਹੜੀ 100% ਕਵੇ ਵੀ ਇਹ ਸੱਚ ਹੈ, ਜਿਹੜੀ ਡੋਲੇ ਨਾ, ਜਿਹੜੀ ਸ਼ਰਧਾ ਵਾ, ਇਹ ਬੁੱਧੀ ਦੀ ਬਿਰਤੀ ਹੈ। ਮਨ ਦਾ ਤੇ ਸੰਕਲਪ ਹੀ ਹੁੰਦਾ ਨਾ ਵੀ ਆਹ ਕੰਮ ਕਰ ਲਈਏ, ਪਰ ਸ਼ਰਧਾ ਤੇ ਬੁੱਧੀ ਦੀ ਬਿਰਤੀ ਹੈ, ਅਖੰਡ ਬਿਰਤੀ, ਨਿਸ਼ਚਿਤ ਬਿਰਤੀ। ਤਾਂ ਸ਼ਰਧਾ ਵਾਲੇ ਦਾ ਬੇੜਾ ਜਿਹੜਾ ਹੈ ਉਹ ਪਾਰ ਹੈ। ਹੁਣ ਅਸੀਂ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹਾਂ, ਮਹਾਰਾਜ ਤੇ ਵੀ ਕਰੀ ਜਾਂਦੇ, ਗੁਰਬਾਣੀ ਤੇ ਵੀ ਕਰੀ ਜਾਂਦੇ। ਇੱਕ ਬੰਨੇ ਕਹਿੰਦੇ ਵੀ ਗੁਰਬਾਣੀ 'ਚ ਸਭ ਕੁਝ ਸੱਚ ਹੈ, ਫਿਰ ਦੂਜੇ ਬੰਨੇ ਕਹਿ ਦਿੰਦੇ ਵੀ ਜਿਹੜੀ ਰਾਮ ਚੰਦਰ ਜੀ ਦੀ ਉਦਾਹਰਣ ਹੈ, ਰਾਵਣ ਜੀ ਦੀ ਉਦਾਹਰਣ ਹੈ, ਇਹ ਸੱਚ ਆ ਕਿ ਮਿਥਿਆਸ ਹੈ? ਤਾਂ ਗੱਲ ਤੇ ਸ਼ਰਧਾ ਦੀ ਹੈ। ਹੁਣ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ? ਲਿਖ ਲਿਖ ਧਰਮ ਵਿਚਾਰੇ। 2 ਵਾਰੀ ਲਿਖ ਆਇਆ, ਲਿਖ ਲਿਖ ਧਰਮ ਵਿਚਾਰੇ। ਤੇ ਇੱਥੇ ਕੋਰਟ 'ਚ ਜਾਣ ਦਾ ਮੌਕਾ ਮਿਲਿਆ, ਜਾਣਾ ਹੀ ਪੈਂਦਾ ਹੈ, ਜਿਹੋ ਜਿਹਾ ਸਮਾਂ ਹੈ, ਕੇਸ ਚੱਲ ਹੀ ਪੈਂਦੇ ਹੈ। ਉੱਥੇ ਜੱਜ ਦੇ ਸਾਹਮਣੇ 2 ਜਾਣੇ ਬੈਠੇ ਸੀ। ਆਪਾਂ ਕਹਿੰਦੇ ਚਿੱਤਰਗੁਪਤ ਹੁੰਦਾ ਕੋਈ ਨਹੀਂ ਹੈ, ਧਰਮਰਾਜ ਹੁੰਦਾ ਕੋਈ ਨਹੀਂ। ਜੱਜ ਦੇ ਸਾਹਮਣੇ 2 ਜਾਣੇ ਹੁੰਦੇ ਜੇ, ਇੱਕ ਰੀਡਰ ਤੇ ਇੱਕ ਸਟੈਨੋ। ਉਹਨਾਂ ਦੇ ਰੀਡਰ ਦੇ ਮੇਰੇ ਖਿਆਲ ਨਾਲ ਜਾਂ ਜਿਹੜਾ ਵੀ ਲਿਖਦਾ, ਉਹ ਜਿਹੜੇ 2 ਜਾਣੇ ਆ, ਇੱਕ ਬਿਆਨ ਲੈਂਦਾ, ਦੂਜਾ ਫੈਸਲੇ ਨੂੰ ਨੋਟ ਕਰਦਾ। ਉਹ ਵੀ 2 ਮੰਨੇ ਆ, ਧਰਮ ਦੇ ਵਿੱਚ ਵੀ 2 ਮੰਨੇ ਆ, ਚਿੱਤਰ ਤੇ ਗੁਪਤ। ਤੇ ਤੀਸਰਾ ਕੀ ਮੰਨਿਆ? ਧਰਮ ਰਾਜਾ। ਇਦਾਂ ਹੀ ਅੱਜ ਵੀ ਕਚਹਿਰੀਆਂ 'ਚ ਇਦਾਂ ਹੀ ਆ। ਪਰ ਗੱਲ ਤੇ ਸ਼ਰਧਾ ਦੀ ਹੈ, ਜਿੰਨੇ ਸ਼ਰਧਾ ਮਹਾਰਾਜ ਤੇ ਲੈ ਆਂਦੀ। ਤਾਂ ਮਹਾਰਾਜ ਕੀ ਕਹਿੰਦੇ ਹਨ? ਇਹੋ ਜੀ ਸ਼ਰਧਾ ਜਿਹੋ ਜੀ ਭਾਈ ਲਛਮਣ ਸਿੰਘ ਜੀ ਦੀ ਸ਼ਰਧਾ, ਸ਼ਹੀਦਾਂ ਦੀ ਸ਼ਰਧਾ। ਸਮਾਂ ਆਪਣੀ ਗਤੀ ਦੇ ਨਾਲ ਵੱਧ ਰਿਹਾ ਹੈ ਸਮਾਪਤੀ ਵੱਲ। ਆਨੰਦੀ ਸਰੂਪੇ ਉਹ ਪਰਮੇਸ਼ਰ ਦੁੱਖ ਤੋਂ ਰਹਿਤ ਵਾਹਿਗੁਰੂ ਹੈ, ਅਗਾਧ ਤੋਂ ਰਹਿਤ ਹੈ, ਗਾਦ ਹੱਦ ਤੋਂ ਰਹਿਤ, ਆਬਾਦ ਦੁੱਖ ਨਹੀਂ ਉਹਨੂੰ ਵਿਆਪਦਾ, ਬਾਅਦ ਉਹਦਾ ਕੋਈ ਨਾਸ ਨਹੀਂ ਕਰ ਸਕਦਾ। ਤੇ ਆਨੰਦ ਸਰੂਪ ਹੈ ਉਹ ਪਰਮੇਸ਼ਰ। ਨਮੋ ਸਰਬ ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਤੇ ਉਹਨੂੰ ਫਿਰ ਸਾਰੇ ਹੀ ਮੰਨਦੇ ਆ। ਕੋਈ ਤੇ ਉਹਨੂੰ ਸਰਗੁਣ ਰੂਪ ਚ ਮੰਨਦਾ ਹੈ। 2 ਰੂਪ ਹੁੰਦੇ ਨਾ ਜੀ, ਰੂਪਕ ਤੇ ਅਰਥ। ਹੁਣ ਜਿਹੜੇ ਪੁਰਾਣੇ ਗ੍ਰੰਥ ਉਹ ਰੂਪਕ ਵਰਤਦੇ ਆ, ਸਾਰੇ ਰੂਪਕ। ਜਿਵੇਂ ਬ੍ਰਹਮਾ ਜੀ ਦੇ 4 ਮੂੰਹ। 4 ਮੂੰਹ ਕੀ ਆ? ਰੂਪਕ। ਉਹਦਾ ਅਰਥ ਕੀ ਆ? ਕਰੁਣਾ, ਮੈਤਰੀ, ਮੁਦਤਾ, ਅਪੇਖਿਆ। ਜਾਂ ਜਿਹੜਾ ਰੱਬ ਚਾਰੇ ਪਾਸੇ ਦੇਖਦਾ। ਹੁਣ ਰੂਪਕ ਕੀ ਆ? 4 ਮੂੰਹ, ਪਰ ਅਰਥ ਕੀ ਆ? ਅਰਥ ਹੋਰ ਨਿਕਲਦਾ ਹੈ। ਇਸੇ ਤਰ੍ਹਾਂ ਰੂਪਕ ਕੀ ਆ? ਰਾਵਣ ਦੇ 10 ਸਿਰ। ਅਰਥ ਕੀ ਆ? ਮਹਾ ਵਿਦਵਾਨ, ਪ੍ਰਕੰਡ ਵਿਦਵਾਨ। ਇਹੋ ਜਿਹਾ ਵਿਦਵਾਨ ਜੀ ਦੇ ਬਰਾਬਰ ਹੀ ਕੋਈ ਵਿਦਵਾਨ ਨਹੀਂ। ਇਦਾਂ ਪੁਰਾਣੇ ਗ੍ਰੰਥਾਂ 'ਚ ਰੂਪਕ ਮੰਨੇ ਹੁੰਦੇ ਆ। ਜਿਵੇਂ ਦੁਰਗਾ ਜੀ ਦੀਆਂ 4 ਬਾਹਾਂ 8 ਬਾਹਾਂ। ਉਹਦਾ ਮਤਲਬ ਕੀ ਆ 4 ਬਾਹਾਂ ਦਾ?
ਵੀ ਉਹ ਜੋ ਵੀ ਧਰਮ ਅਰਥ ਕਾਮ ਮੋਖ ਮੰਗੋ ਉਹਨਾਂ ਤੋਂ ਮਿਲੇਗਾ। ਜਾਂ ਚਤੁਰ ਦਿਸ਼ਾ ਬਲ ਕੀਨੋ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਉਹਨਾਂ ਦੀ ਸਵਾਰੀ ਕੀ ਆ? ਸ਼ੇਰ। ਇਹ ਕੀ ਆ? ਰੂਪਕ। ਸ਼ੇਰ ਕੀ ਆ? ਸ਼ਕਤੀ ਦਾ ਪ੍ਰਤੀਕ, ਬਲ ਦਾ ਪ੍ਰਤੀਕ। ਸ਼ੇਰ ਆਪਦੀ ਹਿੱਕ ਤੇ ਜ਼ੋਰ ਤੇ ਰਾਜ ਕਰਦਾ ਵਾ, ਭਾਵੇਂ ਹਾਥੀ ਜਿੱਡੇ ਮਰਜ਼ੀ ਆ। ਸ਼ੇਰ ਦੀ ਸਾਈਕੋਲੋਜੀ ਕੀ ਆ? ਜਦੋਂ ਉਹ ਪੈਂਦਾ ਨਾ ਹਾਥੀਆਂ ਨੂੰ, ਉਹ ਨਹੀਂ ਸੋਚਦਾ ਵੀ ਇਹ ਹਾਥੀ ਆ, ਉਹਨੂੰ ਸੋਚ ਹੀ ਨਹੀਂ ਆਉਂਦੀ ਇਹ ਹਾਥੀ ਆ, ਉਹਦੀ ਨਿਗਾਹ 'ਚ ਕੁਝ ਵੀ ਨਹੀਂ ਆਓ। ਤਾਂ ਸ਼ਕਤੀ ਦਾ ਪ੍ਰਤੀਕ। ਇਹਦਾ ਪੁਰਾਣੇ ਗ੍ਰੰਥਾਂ 'ਚ ਰੂਪਕ ਮੰਨੇ ਆ ਰੱਬ ਦੇ ਬੜੇ। ਤਾਂ ਕੋਈ ਉਹਨੂੰ ਰੂਪਕ ਦੇ ਰਾਹੀਂ ਮੰਨਦਾ ਵਾ, ਕੋਈ ਉਹਨੂੰ ਅਰਥ ਦੇ ਰਾਹੀਂ ਮੰਨਦਾ ਵਾ, ਕੋਈ ਉਹਨੂੰ ਸਰਗੁਣ ਰੂਪ 'ਚ ਮੰਨਦਾ ਵਾ, ਕੋਈ ਨਿਰਗੁਣ 'ਚ ਰੂਪ 'ਚ ਮੰਨਦਾ, ਤੇ ਕਈ ਉਹਨੂੰ ਨਾ ਸਰਗੁਣ ਹੀ ਮੰਨਦੇ ਨਾ ਨਿਰਗੁਣ ਹੀ ਮੰਨਦੇ, ਕਰਮ ਰੂਪ 'ਚ ਮੰਨਦੇ। ਕਰਮ, ਮਿਹਨਤ ਕਰੋ। ਤੇ ਕਰਮ ਨੂੰ ਵੀ ਤੇ ਈਸ਼ਵਰ ਹੀ ਮੰਨਿਆ ਗਿਆ ਵੀ ਮਿਹਨਤ ਕਰੋ। ਤਾਂ ਮੰਨਣਾ ਤੇ ਹਰੇਕ ਨੂੰ ਹੀ ਪੈਂਦਾ ਵਾ, ਉਹ ਰੂਪ ਵੱਖਰਾ ਹੋ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਸਾਰੇ ਤੈਨੂੰ ਹੀ ਮੰਨਦੇ ਹਨ। ਸਮਸਤੀ ਨਿਧਾਨੇ, ਤੇ ਸਾਰੇ ਖਜ਼ਾਨਿਆਂ ਦਾ ਮਾਲਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤੁਸੀਂ ਹੋ। ਸਾਰੇ ਖਜ਼ਾਨੇ ਆਪ ਜੀ ਦੇ ਪਾਸ ਨੇ। ਦੇਂਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਨਮਸਤਵੰ ਨਿਰਨਾਥੇ, ਨਮਸਤਵੰ ਪਰਮਾਥੇ। ਨਮਸਕਾਰ ਹੈ ਉਸ ਵਾਹਿਗੁਰੂ ਦੇ ਤਵੰਗ ਤਾਈ, ਜਿਹੜਾ ਨਿਰ ਰਹਿਤ ਹੈ ਨਾਥ ਮਾਲਕ ਤੋਂ। ਉਹਦਾ ਮਾਲਕ ਕੋਈ ਨਹੀਂ, ਉਹਦਾ ਸੁਆਮੀ ਕੋਈ ਨਹੀਂ, ਉਹਦਾ ਸਹੁ ਕੋਈ ਨਹੀਂ, ਉਹਦਾ ਖਸਮ ਕੋਈ ਨਹੀਂ, ਸਗੋਂ ਉਹ ਵਾਹਿਗੁਰੂ ਹੀ ਸਾਰਿਆਂ ਦਾ ਕੀ ਹੈ? ਮਾਲਕ ਹੈ। ਉਹੀ ਸਭਨਾਂ ਦਾ ਰਿਜ਼ਕ ਦਾਤਾ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ। ਨਮਸਤਵੰ ਪਰਮਾਥੇ, ਨਮਸਕਾਰ ਹੈ ਉਸ ਵਾਹਿਗੁਰੂ ਦੇ ਤਵੰਗ ਤਾਈ, ਜਿਹੜਾ ਪਰਮਾਰਥ ਸਰੂਪ ਸਦਾ ਰਹਿਣ ਵਾਲਾ ਹੈ। ਪਰਮਾਰਥ ਸਰੂਪ ਜਿਹੜਾ ਹਮੇਸ਼ਾ ਰਵੇ, ਜਾਂ ਪਰਾ ਵਿਸ਼ੇਸ਼ ਕਰਕੇ ਮਥਣ ਵਾਲਾ ਹੈ ਵਿਕਾਰਾਂ ਨੂੰ, ਦੁਸ਼ਟਾਂ ਨੂੰ, ਹੰਕਾਰੀਆਂ ਨੂੰ। ਨਮਸਤਵੰ ਅਗੰਜੇ, ਨਮਸਕਾਰ ਹੈ ਉਸ ਵਾਹਿਗੁਰੂ ਦੇ ਤਾਈ, ਜਿਹੜਾ ਗਿਣਤੀ ਦੇ ਵਿੱਚ ਨਹੀਂ ਆਉਂਦਾ ਹੈ। ਗਿਣਤੀ ਤੋਂ ਗੰਜ ਮੈਨੇ ਗਿਣਤੀ, ਗੰਜ ਮੈਨੇ ਨਾਸ, ਕਈ ਅਰਥ ਕੀਤੇ ਨੇ ਮਹਾਂਪੁਰਸ਼ਾਂ। ਗਿਣਤੀ ਦੇ ਨਾਲ ਜੀ ਦੀ ਪ੍ਰਾਪਤੀ ਨਹੀਂ, ਗਿਣਤੀਆਂ ਦੇ ਵਿੱਚ ਉਹਦੀਆਂ ਦਾਤਾਂ ਨਹੀਂ, ਉਹਦੀ ਬਖਸ਼ਿਸ਼ ਨਹੀਂ, ਉਹਦੀ ਕਿਰਪਾ ਨਹੀਂ। ਇਹ ਗਿਣਤੀ ਮਿਣਤੀ 'ਚ ਨਹੀਂ ਆਉਂਦਾ ਕੁਝ। ਨਮਸਤਵੰ ਅਪੰਜੇ, ਨਮਸਕਾਰ ਹੈ ਉਸ ਵਾਹਿਗੁਰੂ ਜੀ ਦੇ ਤਾਈ, ਜਿਹੜਾ ਭੰਜ ਨਾਮ ਨਾਸ ਤੋਂ ਆ ਰਹਿਤ ਹੈ, ਜਿਹੜਾ ਕਦੀ ਮਰਦਾ ਨਹੀਂ, ਖਤਮ ਨਹੀਂ ਹੁੰਦਾ। ਨਮਸਤਵੰ ਅਕਾਲੇ, ਨਮਸਕਾਰ ਹੈ ਉਸ ਵਾਹਿਗੁਰੂ ਦੇ ਤਾਈ, ਜਿਹਦੇ ਉੱਤੇ ਕਾਲ ਸਮੇਂ ਦਾ ਕੋਈ ਅਸਰ ਨਹੀਂ ਹੈ। ਕਾਲ ਦੁਰਭਿੱਖ ਜਿਵੇਂ ਪੈ ਜਾਂਦਾ ਹੈ, ਅੰਨ ਦੀ ਤੋਟ ਆ ਜਾਂਦੀ ਹੈ ਤਾਂ ਦੁਨੀਆ ਮਰਨ ਲੱਗ ਪੈਂਦੀ ਹੈ, ਇੱਦਾਂ ਦੁਰਭਿੱਖ ਦਾ ਜਿਹਦੇ ਉੱਤੇ ਅਸਰ ਨਹੀਂ, ਕਾਲ ਮੌਤ ਦਾ ਜਿਹਦੇ ਉੱਤੇ ਅਸਰ ਨਹੀਂ, ਐਸੇ ਵਾਹਿਗੁਰੂ ਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ। ਚਲੋ ਸਮਾਂ ਤੇ ਬਹੁਤ ਜ਼ਿਆਦਾ ਹੋ ਚੁੱਕਿਆ, ਪਰ ਇੱਕ ਆਪਾਂ ਸਾਖੀ ਲਾ ਲਈਏ ਤੇ ਸਮਾਪਤੀ ਕਰੀਏ। ਹਜ਼ਰਤ ਮੂਸਾ ਸਾਹਿਬ ਦੇ ਪਾਸ ਇੱਕ ਸੱਜਣ ਗਿਆ, ਉਹ ਜਾ ਕੇ ਕਹਿੰਦਾ ਬਈ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਵਿਦਿਆ ਪੜ੍ਹਨੀ ਹੈ। ਹਜ਼ਰਤ ਸਾਹਿਬ ਕਹਿਣ ਲੱਗੇ ਵੀ ਵਿਦਿਆ ਜਿਹੜੀ ਪੜ੍ਹਨੀ ਉਹ ਪੜ੍ਹ ਲਾ ਮਿਹਨਤ ਕਰਕੇ ਗ੍ਰੰਥਾਂ ਤੋਂ। ਕਹਿੰਦਾ ਨਹੀਂ, ਉਹ ਵਿਦਿਆ ਗ੍ਰੰਥਾਂ 'ਚ ਨਹੀਂ ਆਉਂਦੀ, ਕਿਤਾਬਾਂ 'ਚ ਨਹੀਂ ਆਉਂਦੀ। ਕਹਿੰਦੇ ਕਿਹੜੀ? ਕਹਿੰਦਾ ਚੌਪਾਇਆਂ ਦੀ ਬੋਲੀ, ਜੀਵ ਜੰਤੂਆਂ ਦੀ ਬੋਲੀ ਮੈਂ ਸਿੱਖਣੀ ਹੈ। ਕਹਿੰਦੇ ਕਿਉਂ? ਕਹਿੰਦਾ ਜੀ ਬੰਦਾ ਬਹੁਤ ਕਪਟੀ ਹੋ ਚੁੱਕਾ, ਕਪਟੀ, ਛਲ ਧੋਖਾ ਕਪਟ ਕਰਦਾ, ਸ਼ੈਤਾਨੀ ਕਰਦਾ, ਚਲਾਕੀ ਕਰਦਾ, ਬੇਈਮਾਨੀ ਕਰਦਾ, ਪਰ ਪਸ਼ੂ ਪੰਛੀ ਤਾਂ ਨਹੀਂ ਨਾ ਕਰਦੇ, ਜੀਵ ਜੰਤੂ ਤਾਂ ਨਹੀਂ ਨਾ ਕਰਦੇ। ਜਿਵੇਂ ਉਹ ਰੋਜੀ ਰੋਟੀ ਚਲਾਉਂਦੇ, ਉਸੇ ਤਰ੍ਹਾਂ ਮੇਰਾ ਇਰਾਦਾ ਵੀ ਆਪਣੀ ਵੀ ਚੱਲੇ, ਛਲ ਕਪਟ ਤੋਂ ਰਹਿਤ। ਇਸ ਕਰਕੇ ਕਿਰਪਾ ਕਰਕੇ ਮੈਨੂੰ ਜੀਵ ਜੰਤੂਆਂ ਦੀ ਚੌਪਾਇਆਂ ਦੀ ਬੋਲੀ ਸਿਖਾਓ। ਉਹਨਾਂ ਆਖਿਆ ਵੀ ਪਛਤਾਏਗਾ। ਉਹਨਾਂ ਖੁਦਾ ਅੱਗੇ ਅਰਦਾਸ ਕੀਤੀ, ਦੁਆ ਕੀਤੀ, ਹੇ ਖੁਦਾ ਮੈਂ ਇਹਨੂੰ ਬੜਾ ਸਮਝਾਉਣ ਦਾ ਯਤਨ ਕਰਦਾ, ਪਰ ਇਹ ਚੰਗਾ ਖਹਿੜੇ ਪਿਆ ਮੇਰੇ।
ਇੱਕ ਉਹ ਤੇਰਾ ਨਾਂ ਲੈਂਦਾ ਹੈ ਤੇ ਤੇਰੇ ਨਾਂ ਤੇ ਉਹਨੂੰ ਨਿਰਾਸ਼ ਕਿੱਦਾਂ ਮੋੜਾਂ, ਤੇ ਜੇ ਨਹੀਂ ਮੋੜਦਾ ਉਹਨੂੰ ਸਿਖਾ ਦੇਵਾਂ ਤੇ ਫਿਰ ਉਹ ਦੁੱਖ ਪਾਵੇਗਾ, ਤੇਰੇ ਭਾਣੇ 'ਚ ਦਖਲ ਦੇਵੇਗਾ। ਖੁਦਾ ਨੇ ਅੱਗਿਓਂ ਆਕਾਸ਼ਬਾਣੀ ਕੀਤੀ ਕਿ ਹਜ਼ਰਤ ਮੂਸਾ ਜੀ ਨੂੰ ਕਿ ਮੂਸਾ ਜੀ ਵੀ ਨਿਰਾਸ਼ ਕਾਹਨੂੰ ਮੋੜਨਾ ਹੈ, ਜਿਹੜਾ ਮੇਰੇ ਅੱਗੇ ਦੁਆ ਕਰੇ ਉਹਦੀ ਦੁਆ ਨਿਸਫਲ ਨਹੀਂ ਜਾਂਦੀ, ਕਿਸੇ ਸਮੇਂ ਉਹ ਪੂਰੀ ਹੁੰਦੀ ਹੈ। ਇਸ ਕਰਕੇ ਉਹਨੂੰ ਸਿਖਾਓ। ਚਲੋ ਉੱਥੇ ਸਿੱਖਣਾ ਸਿਖਾਉਣਾ ਕੀ ਸੀ, ਦੁਆ ਹੀ ਕਰਨੀ ਸੀ, ਅਰਦਾਸ ਹੀ ਕਰਨੀ ਸੀ। ਹਜ਼ਰਤ ਸਾਹਿਬ ਨੇ ਉਹਨੂੰ ਸਮਝਾਇਆ ਵੀ ਤੂੰ ਐਂ ਕਰ, ਭਗਤੀ ਕਰ, ਤੇ ਜਦੋਂ ਖੁਦਾ ਤੈਨੂੰ ਪ੍ਰਤੱਖ ਹੋ ਜਾਊਗਾ ਆਪੇ ਹੀ ਸਾਰਾ ਗਿਆਨ ਹੋ ਜਾਊਗਾ, ਬ੍ਰਹਮ ਗਿਆਨ ਹੋ ਜਾਊਗਾ, ਕੀ ਸਿੱਖਣਾ ਤੂੰ। ਪਰ ਉਹ ਨਹੀਂ ਮੰਨਿਆ। ਫਿਰ ਤਾਂ ਉਹਨਾਂ ਨੇ ਖੁਦਾ ਅੱਗੇ ਦੁਆ ਕੀਤੀ ਕਿ ਖੁਦਾ, ਹਾਂ ਸੱਚ ਇੱਕ ਥੋੜ੍ਹੀ ਜਿਹੀ ਗੱਲ ਵਿਸਰ ਗਈ, ਉਹ ਕਹਿੰਦੇ ਵੀ ਇਹ ਰੱਬ ਦੇ ਭਾਣੇ 'ਚ ਦਖਲ ਆ, ਇਹ ਇੱਦਾਂ ਨਾ ਕਰ ਤੂੰ। ਉਹਨਾਂ ਫੇਰ ਸਮਝਾਇਆ। ਉਹ ਕਹਿੰਦਾ ਚਲੋ ਇੰਨੀ ਕੁ ਮੇਰੀ ਬੇਨਤੀ ਆ ਵੀ ਤੁਸੀਂ ਨਾ ਮੇਰੇ ਘਰ ਦਰਵਾਜ਼ੇ ਅੱਗੇ ਕੁੱਤਾ ਬੰਨਿਆ ਹੁੰਦਾ, ਉਹਦੀ ਬੋਲੀ ਸਿਖਾ ਦਿਓ, ਉਹਦੀ ਭਾਸ਼ਾ ਦਾ ਗਿਆਨ ਕਰਾ ਦਿਓ, ਤੇ ਇੱਕ ਮੈਂ ਕੁੱਕੜ ਰੱਖਿਆ ਉਹ ਬਾਂਗਾਂ ਦਿੰਦਾ ਰਹਿੰਦਾ ਹੈ, ਉਹਦੀ ਭਾਸ਼ਾ ਦਾ ਗਿਆਨ ਕਰਾ ਦਿਓ, ਬਾਕੀ ਤੁਹਾਡਾ ਬਚਨ ਮੈਂ ਮੰਨ ਲੈਣਾ, ਇੰਨਾ ਕਿ ਤੁਸੀਂ ਮੇਰਾ ਮੰਨ ਲਓ। ਚਲੋ ਉਹਨਾਂ ਖੁਦਾ ਅੱਗੇ ਦੁਆ ਕੀਤੀ। ਉਹਨੂੰ ਕੁੱਤੇ ਉੱਥੇ ਪੜ੍ਹਨਾ ਪੜ੍ਹਾਉਣਾ ਕੀ ਸੀ, ਅਰਦਾਸ ਹੀ ਹੋਣੀ ਸੀ, ਕਿਰਪਾ ਹੀ ਹੋਣੀ ਸੀ, ਬਖਸ਼ਿਸ਼ ਹੀ ਹੋਣੀ ਸੀ। ਤਾਂ ਉਹ ਫਿਰ ਉਹਦੀ ਅਵਸਥਾ ਇੱਦਾਂ ਦੀ ਬਣ ਗਈ ਵੀ ਉਹਨੂੰ ਕੁੱਤੇ ਦੀ ਤੇ ਕੁੱਕੜ ਦੀ ਭਾਸ਼ਾ ਸਮਝ ਆਉਣ ਲੱਗ ਪਈ। ਬੜਾ ਖੁਸ਼ ਰੋਟੀ ਖਾਣ ਲੱਗਾ ਤੇ ਉਹਨੇ ਇੱਕ ਬੁਰਕੀ ਵਿੱਚੋਂ, ਜਿੱਦਾਂ ਆਪਾਂ ਵੀ ਪਾ ਦਿੰਦੇ ਆ, ਕੁੱਤੇ ਨੂੰ ਤੋੜ ਕੇ ਸੁੱਟੀ। ਉਹ ਕੁੱਕੜ ਆਇਆ, ਉਹਨੇ ਚੁੱਕ ਕੇ ਮੂੰਹ 'ਚ ਪਾ ਲਈ। ਕੁੱਤੇ ਨੂੰ ਚੜਿਆ ਗੁੱਸਾ। ਉਹ ਕਹਿੰਦਾ ਬੇਈਮਾਨਾ, ਵੀ ਤੂੰ ਤੇ ਦਾਣੇ ਵੀ ਚੁਗ ਸਕਦਾ ਸੀ, ਤੇ ਜੇ ਬੁਰਕੀ ਮੈਂ ਖਾ ਲੈਣਾ ਤੇ ਤੇਰਾ ਢਿੱਡ ਪੀੜ ਹੁੰਦਾ ਸੀ। ਵੀ ਤੂੰ ਤੇ ਕੁੱਕਣਾ, ਤੂੰ ਤੇ ਦਾਣੇ ਵੀ ਚੁਗ ਸਕਦਾ, ਤੇ ਬੁਰਕੀ ਕਿਉਂ ਖਾਧੀ ਤੂੰ? ਬੁਰਕੀ ਤੇ ਮੈਨੂੰ ਪਾਈ ਸੀ ਉਹਨੇ। ਉਹ ਕੁੱਕੜ ਕਹਿਣ ਲੱਗਾ ਵੀ ਤੁਹਾਡਾ ਨਾ ਕੁੱਤਿਆਂ ਦਾ ਸੁਭਾਅ ਨਹੀਂ ਬਦਲਦਾ, ਵੀ ਤੁਸੀਂ ਸੰਤੋਖ ਨਹੀਂ ਆਊਗਾ ਤੁਹਾਨੂੰ ਕਦੀ, ਵੀ ਤੇਰਾ ਇੱਕ ਬੁਰਕੀ ਨਾ ਕੀ ਬਣਨਾ ਵਾ, ਏਡਾ ਢਿੱਡ ਤੇਰਾ, ਮੈਂ ਤੇ ਰੱਜ ਜਾਣਾ ਵਾ, ਤੇ ਤੂੰ ਐਵੇਂ ਮੇਰੇ ਤੇ ਗੁੱਸਾ ਨਾ ਕਰ ਨਜਾਇਜ਼, ਵੀ ਕੱਲ ਨੂੰ ਨਾ ਇਹਦੀ ਗਊ ਮਰਨੀ ਆ, ਜੇ ਦਾਸ ਭੁਲੇਖਾ ਨਾ ਕਾਵੇ ਵੀ ਗਊ ਮਰਨੀ, ਸ਼ਾਇਦ ਪਤਾ ਨਹੀਂ ਹੁਣ ਹੋਰ ਵੀ ਹੋ ਸਕਦਾ ਜਾਨਵਰ, ਵੀ ਗਊ ਮਰਨੀ ਸ਼ਾਇਦ ਇਹਦੀ। ਉਹਨੂੰ ਭਾਸ਼ਾ ਸਮਝ ਆਉਂਦੀ ਸੀ। ਉਹ ਕਹਿੰਦਾ ਤੇਰਾ ਭਲਾ ਹੋ ਜੇ, ਏਡਾ ਨੁਕਸਾਨ। ਉਹਨੇ ਚੁੱਕ ਕੇ ਗਊ ਵੇਚਤੀ। ਗਊ ਵੇਚਤੀ ਜਾਂ ਹੋਰ ਕੋਈ ਜਾਨਵਰ ਹੋਊਗਾ, ਵੇਚਤਾ ਉਹਨੇ। ਤੇ ਉਹ ਅਗਲੇ ਦਿਨ ਫਿਰ ਜਿੰਨੇ ਖਰੀਦਿਆ ਉੱਥੇ ਜਾ ਕੇ ਉਹਦੀ ਗਊ ਦੀ ਮੌਤ ਹੋ ਗਈ। ਤੇ ਇਹ ਜਿਹੜਾ ਸੱਜਣ ਸੀ ਜਿਹਨੇ ਵਿਦਿਆ ਸਿੱਖੀ ਸੀ ਆਪਣੀ ਕੁੱਤੇ ਦੀ ਤੇ ਕੁੱਕੜ ਦੀ ਭਾਸ਼ਾ ਸਮਝਣ ਦੀ, ਇਹ ਬਹੁਤ ਖੁਸ਼। ਵੇਖਿਆ ਕਿੱਡੇ ਨੁਕਸਾਨ ਤੋਂ ਬਚ ਗਿਆ। ਹਜ਼ਰਤ ਮੂਸਾ ਸਾਹਿਬ ਦੇ ਗੁਣ ਗਾਵੇ। ਚਲੋ ਉਹ ਅਗਲਾ ਦਿਨ ਹੋਇਆ, ਫਿਰ ਰੋਟੀ ਖਾਣ ਬੈਠਾ, ਜਿਵੇਂ ਲਿਖਿਆ ਸਾਖੀ ਦੇ ਵਿੱਚ। ਉਹਨੇ ਫਿਰ ਮਾਲਕ ਨੇ ਕੁੱਤੇ ਵੱਲ ਰੋਟੀ ਸੁੱਟੀ ਤੇ ਕੁੱਕੜ ਨੇ ਫਿਰ ਚੁੱਕ ਲਈ, ਤੇ ਫਿਰ ਆਪਸ ਵਿੱਚ ਬਹਿਸ ਬਸਈਆ ਹੋ ਗਿਆ। ਕੁੱਤਾ ਕਹਿੰਦਾ ਤੂੰ ਤੇ ਕਹਿੰਦਾ ਸੀ ਗਊ ਮਰੂਗੀ ਕੱਲ ਨੂੰ, ਜਿੰਨਾ ਮਰਜੀ ਗੋਸ਼ਤ ਖਾਈ, ਮੁੱਕਣਾ ਹੀ ਨਹੀਂ ਆ, ਐਵੇਂ ਨੀਤ ਮਾੜੀ ਕਰਦਾ ਰਹਿਣਾ, ਜੋ ਮਰਜੀ ਖਾਈ ਜਾਈ, ਜਿੰਨੇ ਮਰਜੀ ਦਿਨ ਖਾਈ ਜਾਈ। ਅਖੀਰ ਉੱਥੇ ਹੱਡਾ ਰੋੜੀ ਜਾ ਕੇ ਸੁੱਟਣਾ ਸੀ ਸਾਰਾ ਕੁਝ, ਜੋ ਮਰਜੀ ਖਾਈ ਜਾਈ। ਉਹ ਦੂਜੇ ਦਿਨ ਜਦੋਂ ਕੁੱਤੇ ਨੇ ਆਖਿਆ ਨਾ ਗਊ ਤੇ ਮਰੀ ਨਹੀਂ, ਕਹਿੰਦਾ ਨਹੀਂ ਮਰੀ ਤੇ ਹੈ, ਪਰ ਮਾਲਕ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ, ਵੇਚ ਆਇਆ। ਤਾਂ ਉਹ ਜਿਹੜਾ ਕੁੱਤਾ ਸੀ ਫਿਰ ਸਾਧ ਸੰਗਤ ਜੀ, ਉਹ ਫਿਰ ਕੁੱਕੜ ਦੇ ਗਲ ਪੈ ਗਿਆ। ਉਹ ਕਹਿੰਦਾ, ਕੁੱਕੜ ਕਹਿੰਦਾ ਵੀ ਤੁਸੀਂ ਕੁੱਤਿਆਂ ਵਾਲਾ ਸੁਭਾਅ ਨਹੀਂ ਤੁਹਾਡਾ ਜਾਂਦਾ, ਹਰ ਗੱਲ ਤੇ ਭੌਂਕਦੇ ਰਹਿੰਦੇ ਹੋ, ਤੇ ਤੂੰ ਇਦਾਂ ਨਾ ਕਰ, ਕੱਲ ਨੂੰ ਨਾ ਮਾਲਕ ਦਾ ਊਠ ਮਰ ਜਾਣਾ। ਜਦੋਂ ਕੁੱਕੜ ਦੀ ਗੱਲ ਮਾਲਕ ਨੇ ਸੁਣੀ, ਉਹਨੂੰ ਭਾਸ਼ਾ ਸਮਝ ਆਉਂਦੀ ਸੀ। ਉਹ ਕਹਿੰਦੇ ਉਹਨੇ ਚੁੱਕ ਕੇ ਊਠ ਵੇਚਤਾ। ਊਠ ਮਰ ਤੇ ਗਿਆ ਕੱਲ, ਪਰ ਨੁਕਸਾਨ ਇਹਦਾ ਨਹੀਂ ਹੋਇਆ, ਹੋਰ ਕਿਸੇ ਦੇ ਸਿਰ ਪੈ ਗਿਆ ਜਿਹਨੇ ਖਰੀਦਿਆ ਸੀ। ਚਲੋ ਉਹ ਫਿਰ ਕੁੱਤਾ ਭੁੱਖੇ ਦਾ ਭੁੱਖਾ। ਫਿਰ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਤੇ ਗੱਲ ਨਿਬੇੜਾ ਸਮਾਂ ਜ਼ਿਆਦਾ ਹੋਈ ਜਾਂਦਾ। ਉਹ ਜਿਹੜਾ ਕੁੱਤਾ ਸੀ, ਆਪਣੇ ਕੁੱਕੜ ਸੀ ਨਾ, ਉਹਨੂੰ ਕੁੱਤਾ ਕਹਿੰਦਾ ਤੂੰ ਝੂਠ ਬੋਲਦਾ। ਉਹ ਕੁੱਕੜ ਕਹਿੰਦਾ ਨਹੀਂ, ਮੇਰੀ ਜਾਤ ਝੂਠ ਨਹੀਂ ਬੋਲਦੀ, ਵੀ ਮੈਂ ਝੂਠ ਬੋਲ ਕੇ ਕੀ ਕਰਨਾ ਹੈ, ਵੀ ਕੱਲ ਨੂੰ ਨਾ ਮਾਲਕ ਦਾ ਗੁਲਾਮ ਮਰਨਾ ਵਾ,
ਤੇ ਜਦੋਂ ਗੁਲਾਮ ਮਰ ਜੇ, ਨੌਕਰ ਮਰ ਜੇ, ਤੇ ਮਾਲਕ ਨੂੰ ਕੋਈ ਨਾ ਕੋਈ ਕਰਨਾ ਹੀ ਪੈਣਾ ਵਾ ਮਰਨ ਤੋਂ ਬਾਅਦ, ਜੋ ਕਿਰਿਆ ਕਰਮ ਹੁੰਦਾ ਵਾ। ਤੇ ਨਜ਼ਾਰੇ ਨਾ ਖਾਈ ਤੂੰ, ਇਸ ਕਰਕੇ ਟੈਨਸ਼ਨ ਨਾ ਲੈ ਕੋਈ ਵੀ। ਉਹਨੇ ਮਾਲਕ ਨੇ ਕੁੱਕੜ ਦੀ ਗੱਲ ਸੁਣੀ, ਉਹਨੇ ਚੁੱਕ ਕੇ ਗੁਲਾਮ ਵੇਚਤਾ ਅੱਗੇ ਹੋਰ ਕਿਸੇ ਨੂੰ। ਗੁਲਾਮ ਮਰ ਤੇ ਗਿਆ ਪਰ ਹੋਰ ਕਿਸੇ ਕੋਲੇ ਜਾ ਕੇ। ਅਖੀਰ ਕੁੱਤਾ ਕਹਿੰਦਾ ਵੇਖਿਆ, ਫਿਰ ਮੈਂ ਤੈਨੂੰ ਆਖਿਆ ਸੀ ਨਾ ਵੀ ਤੂੰ ਝੂਠ ਬੋਲਦਾ, ਇਹ ਤੇਰੀ ਹਰ ਗੱਲ ਝੂਠ ਨਿਕਲੀ ਹੈ। ਉਹ ਕੁੱਕੜ ਕਹਿੰਦਾ ਨਹੀਂ, ਝੂਠ ਨਹੀਂ ਨਿਕਲੀ, ਪਰ ਇਹ ਨਹੀਂ ਪਤਾ ਵੀ ਮਾਲਕ ਨੂੰ ਕਿੱਦਾਂ ਪਤਾ ਲੱਗ ਜਾਂਦਾ ਵਾ। ਤੇ ਕੁੱਕੜ ਕਹਿਣ ਲੱਗਾ ਚੰਗਾ, ਫਿਰ ਹੁਣ ਅਸਲੀ ਗੱਲ ਸੁਣ, ਇਹ ਹੁਣ ਇਸ ਮਾਲਕ ਨੇ ਮਰਨਾ ਵਾ। ਬਸ ਜਦੋਂ ਹਾਂ ਗੱਲ ਸੁਣੀ, ਉਹਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਅੱਗੇ ਤੇ ਗਾਂ ਨੇ ਮਰਨਾ ਸੀ, ਹੋਰ ਕਿਸੇ ਨੂੰ ਵੇਚਤੀ, ਜਾਂ ਊਠ ਨੇ ਮਰਨਾ ਸੀ, ਜਾਂ ਖੱਚਰ ਨੇ, ਕੋਈ ਵੀ ਜਾਨਵਰ ਹੋਊਗਾ ਸਾਗੇ 'ਚ ਲਿਖਿਆ, ਉਹਨੇ ਮਰਨਾ ਸੀ, ਉਹ ਗਾਂ ਵੇਚਤੀ, ਊਠ ਗਾਂ ਵੇਚਤਾ, ਗੁਲਾਮ ਕਿਸੇ ਨੂੰ ਦੇਤਾ। ਤੇ ਹੁਣ ਜਦੋਂ ਆਪ ਮਰਨਾ ਵਾ ਤੇ ਆਪਣੀ ਕਿਹਨੂੰ ਦਵੇ? ਉਹ ਫਿਰ ਰੋਂਦਾ ਕਰਲਾਉਂਦਾ ਹਜ਼ਰਤ ਮੂਸਾ ਜੀ ਕੋਲੇ ਵਾਪਸ ਗਿਆ। ਤੇ ਹਜ਼ਰਤ ਮੂਸਾ ਸਾਹਿਬ ਕਹਿੰਦੇ ਮੈਂ ਤਾਂ ਤੈਨੂੰ ਪਹਿਲਾਂ ਆਖਿਆ ਸੀ ਵੀ ਪਛਤਾਏਗਾ, ਪਰ ਕਹਿੰਦੇ ਹੁਣ ਨਹੀਂ, ਜਿਹੜੇ ਤੀਰ ਨਿਕਲ ਗਏ ਉਹ ਨਹੀਂ ਵਾਪਸ ਆਉਣੇ। ਹੁਣ ਪਹਿਲੀ ਗੱਲ ਤੇ ਜੇ ਤੈਨੂੰ ਗਿਆਨ ਕਰਾਤਾ ਸੀ ਤੇ ਤੈਨੂੰ ਉਹ ਭਾਣਾ ਮੰਨਣਾ ਚਾਹੀਦਾ ਸੀ ਖੁਦਾ ਦਾ, ਵੀ ਜੇ ਤੈਨੂੰ ਰੱਬ ਦੀ ਹੋਣੀ ਦਾ ਗਿਆਨ ਆ ਨਾ, ਵੀ ਦੁਨੀਆ 'ਚ ਇਹ ਚੀਜ਼ ਹੋਣੀ ਆ, ਤਾਂ ਤੈਨੂੰ ਮੰਨਣਾ ਚਾਹੀਦਾ ਸੀ ਭਾਣਾ। ਤੇ ਤੂੰ ਚੁੱਕ ਕੇ ਸ਼ੈਤਾਨੀ ਕਰਕੇ ਦੂਜਿਆਂ ਦੇ ਗੱਲ ਮੜ ਕੇ ਆਇਆ, ਉਹਦਾ ਨਜਾਇਜ਼ ਫਾਇਦਾ ਲਿਆ, ਭਾਣਾ ਨਹੀਂ ਮੰਨਿਆ। ਤੇ ਬਾਕੀ ਗੱਲ ਇਹ ਆ ਸੱਜਣਾ, ਵੀ ਜੇ ਤੇ ਉਹ ਤਿੰਨਾਂ ਦੀ ਮੌਤ ਤੇਰੇ ਘਰ 'ਚ ਹੁੰਦੀ ਤੇ ਤੇਰੀ ਮੌਤ ਟਲ ਜਾਣੀ ਸੀ, ਪਰ ਤੂੰ ਦਿਖਾਇਆ ਲੋਭ। ਹੁਣ ਇਹ ਚੀਜ਼ ਨਹੀਂ ਟਲਣੀ, ਭਾਵੇਂ ਤੈਨੂੰ ਬੜਾ ਗਿਆਨ ਆ ਪਸ਼ੂਆਂ ਦੀ ਭਾਸ਼ਾ ਦਾ, ਕੁੱਕੜ ਦਾ ਵੀ, ਕੁੱਤੇ ਦਾ ਵੀ, ਇਹ ਮੌਤ ਹੁਣ ਤੈਨੂੰ ਆਉਣੀ ਆਉਣੀ ਆ। ਅਜੇ ਇੰਨੀ ਗੱਲ ਹੀ ਕਰਦੇ ਪਏ ਸੀ ਕਿ ਕਹਿੰਦੇ ਸਾਖੀ 'ਚ ਲਿਖਿਆ ਉਹਨੂੰ ਉਲਟੀ ਆਈ, ਉੱਥੇ ਹੀ ਮੌਤ ਹੋ ਗਈ ਉਹਦੀ। ਤਾਂ ਇਹ ਜਿਹੜਾ ਕਾਲ ਆ ਨਾ, ਕਾਲ, ਇਹਨੂੰ ਕੋਈ ਵੀ ਬੰਦਾ ਨਹੀਂ ਟਾਲ ਸਕਦਾ, ਭਾਵੇਂ ਉਹ ਜਿੱਡਾ ਮਰਜ਼ੀ ਵਿਦਵਾਨ ਹੈ। ਆਪਣੇ ਦਿਮਾਗ ਦੇ ਨਾਲ, ਜਿਵੇਂ ਇਸ ਵਿਦਵਾਨ ਨੇ ਆਪਣੇ ਦੁੱਖ, ਆਪਣੇ ਨੁਕਸਾਨ ਹੋਰ ਕਿਸੇ ਦੇ ਗਲ ਮੜਤੇ, ਪਰ ਜਿੱਦਣ ਮੌਤ ਇਹਨੂੰ ਆਈ, ਉਸ ਮੌਤ ਨੂੰ ਹੋਰ ਕਿਸੇ ਦੇ ਗਲ ਨਹੀਂ ਮੜਿਆ ਜਾ ਸਕਦਾ ਹੈ। ਗਊ ਵੇਚੀ ਜਾ ਸਕਦੀ ਆ, ਊਠ ਵੇਚਿਆ ਜਾ ਸਕਦਾ ਵਾ, ਗੁਲਾਮ ਵੇਚਿਆ ਜਾ ਸਕਦਾ, ਆਪਣੀ ਮੌਤ ਕਿਹਨੂੰ ਵੇਚੇਗਾ? ਹੁਣ ਇਹ ਨਹੀਂ ਵਿਕਦੀ। ਜਿੱਡਾ ਮਰਜ਼ੀ ਵਿਦਵਾਨ ਹੋਵੇ, ਜਿੱਡਾ ਮਰਜ਼ੀ ਤਪਸਵੀ ਹੋਵੇ, ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਕਿੱਦਾਂ ਦਾ ਹੈ ਜਿਹੜਾ ਇਸ ਕਾਲ ਮੌਤ ਤੋਂ ਰਹਿਤ ਹੈ। ਨਹੀਂ ਤੇ ਬਾਕੀ ਕਾਲ ਹੀ ਪਾਏ ਭਇਓ ਬ੍ਰਹਮਾ ਸਿਵ, ਕਾਲ ਹੀ ਪਾਏ ਭਇਓ ਜੁਗਿਆ ਹੈ, ਕਾਲ ਹੀ ਪਾਏ ਸੁਰਾਸਰ ਗੰਧਰਵ, ਜਸ਼ ਭੁਜੰਗ ਦਿਸ਼ਾ ਵਿਦਸਾ ਹੈ। ਔਰ ਸੋ ਕਾਲ ਸਭੇ ਬਸ ਕਾਲ ਕੇ, ਏਕ ਹੀ ਕਾਲ। ਅੱਗੇ ਕੀ ਲਾਇਆ ਮਹਾਰਾਜ ਨੇ? ਅਕਾਲ ਸਦਾ ਹੈ। ਤਾਂ ਐਸੇ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ, ਉਸ ਵਾਹਿਗੁਰੂ ਦੇ ਤਾਈ ਨਮਸਕਾਰ ਹੈ। ਨਮਸਤਵੰ ਅਪਾਲੇ, ਜਿਹੜਾ ਵਾਹਿਗੁਰੂ ਸਭਨਾਂ ਦੀ ਪਾਲਣ, ਆਪਣੇ ਪਾਲਣਾ ਤੋਂ ਰਹਿਤ। ਜਿਵੇਂ ਬੱਚਿਆਂ ਨੂੰ ਮਾਂ ਪਿਓ ਪਾਲਦੇ, ਤਾਂ ਵਾਹਿਗੁਰੂ ਨੂੰ ਵੀ ਕੋਈ ਪਾਲਦਾ ਹੋਊਗਾ, ਉਹ ਪਾਲ ਤੋਂ ਰਹਿਤ ਹੈ। ਐਸੇ ਵਾਹਿਗੁਰੂ ਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ। ਨਮੋ ਸਰਬ ਦੇਸੇ, ਜਿਹੜਾ ਹਰ ਦੇਸ਼ ਜਗ੍ਹਾ ਦੇ ਵਿੱਚ ਬੈਠਾ ਵਾ, ਹਰ ਥਾਂ ਤੇ ਬੈਠਾ ਵਾ, ਉਸ ਵਾਹਿਗੁਰੂ ਜੀ ਨੂੰ ਨਮੋ ਨਮਸਕਾਰ ਹੈ। ਨਮੋ ਸਰਬ ਭੇਸੇ, ਜਿਹੜਾ ਹਰ ਭੇਖ ਦੇ ਵਿੱਚ ਬੈਠਾ ਹੈ, ਕੋਈ ਖਾਸ ਇੱਕ ਭੇਖ ਨਹੀਂ, ਸਾਰੇ ਭੇਖ ਉਹਦੇ ਹੀ ਨੇ। ਐਸੇ ਵਾਹਿਗੁਰੂ ਦੇ ਤਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ,
61 ਨੰਬਰ ਆਪਣੇ 62 ਨੰਬਰ ਪੌੜੀ ਤੋਂ 66 ਨੰਬਰ ਪੌੜੀ ਤੱਕ ਅੱਜ ਕਥਾ ਵਿਚਾਰ ਹੋਈ ਹੈ। ਇਸ ਤੋਂ ਅਗਲੇ ਸ਼ਨੀਵਾਰ ਫਿਰ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਓ ਕਥਾ ਵਿਚਾਰ ਦੀ ਸਮਾਪਤੀ ਕਰੀਏ ਜੀ। ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।